बहादुर जी का जन्म साध संगत जी पुंछ जिला रजौरी पिंड है ते 27 अक्तूबर 1670 ईस्वी ਨੂੰ ਇਹਨਾਂ ਦਾ ਜਨਮ ਹੁੰਦਾ ਹੈ। ਇਉਂ ਕਹਿ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 4 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੁੰਦਾ ਹੈ। ਮਹਾਰਾਜ ਦਾ ਹੁੰਦਾ 1666 ਦਾ ਤੇ ਇਹਦੇ ਨਾਲ ਇਹਨਾਂ ਦਾ ਹੈਗਾ 1670 ਦਾ। ਸਾਧ ਸੰਗਤ ਜੀ ਇਹ ਜਿਹੜਾ ਪਰਿਵਾਰ ਹੈ ਇਹਨਾਂ ਦੇ ਪਿਤਾ ਰਾਮਦੇਵ ਜੀ, ਉਹਨਾਂ ਦਾ ਇਉਂ ਕਹਿ ਲਓ ਕਿ ਰਾਜਪੂਤ ਨੇ ਤੇ ਕਿਰਸਾਨੀ ਦਾ ਕੰਮ ਕਰਦੇ ਨੇ। ਇੱਥੋਂ ਗੱਲ ਇੱਕ ਹੋਰ ਸਪਸ਼ਟ ਵੀ ਹੁੰਦੀ ਹੈ, ਇਹ ਪਰਿਵਾਰ ਜਾਂ ਖਾਨਦਾਨ ਜਿਹੜਾ ਹੈ ਜੋ ਇਤਿਹਾਸਕਾਰ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਪਰਿਵਾਰ ਜਾਂ ਖਾਨਦਾਨ ਇਹਦੇ ਵਿੱਚ ਸੂਰਬੀਰ ਬਹਾਦਰਤਾ ਯੋਧਾਪਨ ਇਹ ਇਹਨਾਂ ਦੇ ਪਰਿਵਾਰ ਵਿੱਚ ਹੀ ਸੀ। ਇਉਂ ਕਹਿ ਲਓ ਇਹਨਾਂ ਦੇ ਪਰਿਵਾਰ ਵਿੱਚ ਸ਼ਿਕਾਰ ਖੇਡਣਾ, ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ ਇਹਨਾਂ ਦੇ ਪਰਿਵਾਰ ਵਿੱਚ ਸੀ। ਇਹਨਾਂ ਨੇ ਆਪਣੇ ਪਿਤਾ ਜੀ ਦੇ ਕੋਲ ਸਾਰੇ ਕਰਤੱਵ ਜਿਹੜੇ ਸਨ ਗੁਣ ਸਿੱਖੇ। ਇਤਿਹਾਸਕਾਰ ਕਹਿੰਦੇ ਆ ਕਿ 12-13 ਸਾਲ ਦੀ ਉਮਰ ਜਾਂ 14-15 ਸਾਲ ਦੀ ਉਮਰ, ਕੋਈ 10 ਸਾਲ ਕਹਿੰਦਾ। ਖੈਰ ਅਸੀਂ ਉਸ ਉਮਰ ਦੇ ਵਿੱਚ ਬਹੁਤਾ ਨਾ ਜੇ ਪਈਏ ਗਿਣਤੀ ਮਿੰਤੀ 'ਚ। ਇਉਂ ਕਹਿ ਲਓ ਕਿ ਇੱਕ ਦਿਨ ਇਹਦਾ ਬਚਪਨ ਦਾ ਨਾਮ ਲਛਮਣ ਦੇਵ ਹੈ। ਅੱਗੇ ਜ਼ਿਕਰ ਕਰਾਂਗਾ ਮਾਧੋਦਾਸ ਫਿਰ ਕਿਵੇਂ ਬਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਕਿਵੇਂ ਬਣਿਆ, ਨਾਂ ਕਿਵੇਂ ਤਬਦੀਲ ਹੁੰਦੇ ਗਏ। ਇਹਨਾਂ ਦਾ ਨਾਮ ਮਾਂ-ਬਾਪ ਨੇ ਲਛਮਣ ਦਾਸ ਰੱਖਿਆ ਹੈ। ਇਹ ਲਛਮਣ ਦਾਸ ਜਦੋਂ ਕਹਿ ਲਓ ਕਿ 12-13 ਜਾਂ 14 ਸਾਲ ਦਾ ਇਹ ਘੋੜ ਸਵਾਰੀ ਕਰਦਾ ਹੈ, ਤੀਰ ਅੰਦਾਜ਼ੀ ਕਰਦਾ ਹੈ, ਸ਼ਿਕਾਰ ਨੂੰ ਚੜ੍ਹਦਾ ਹੈ। ਅੱਜ ਸ਼ਿਕਾਰ ਨੂੰ ਚੜਿਆ ਤੇ ਇਹਨੇ ਇੱਕ ਹਿਰਨੀ ਨੂੰ ਮਾਰਿਆ, ਜਿਹੜੀ ਅਸੀਂ ਕਹਾਣੀ ਸਭ ਸੁਣਦੇ ਹਾਂ। ਹਿਰਨੀ ਦੇ ਮਾਰਨ ਤੋਂ ਬਾਅਦ ਉਹਦੇ ਪੇਟ ਵਿੱਚ ਜਿਹੜੇ ਬੱਚੇ ਸਨ ਉਹ ਬਾਹਰ ਤੜਫ ਤੜਫ ਕੇ ਇਹਦੀਆਂ ਅੱਖਾਂ ਦੇ ਸਾਹਮਣੇ ਮਰ ਜਾਂਦੇ ਆ। ਜਦੋਂ ਇਹਦੀਆਂ ਅੱਖਾਂ ਦੇ ਸਾਹਮਣੇ ਬੱਚੇ ਮਰਦੇ, ਇਹਦੇ ਉੱਤੇ ਇੰਨਾ ਪ੍ਰਭਾਵ ਪੈ ਜਾਂਦਾ ਹੈ, ਇਹ ਸੋਚਦਾ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਛੋਟੇ ਛੋਟੇ ਬੱਚੇ ਜਿਹੜੇ ਹਿਰਨੀ ਦੇ ਮਾਰੇ ਗਏ, ਇਹਨਾਂ ਦਾ ਕਤਲ ਹੋਇਆ, ਇਹਦਾ ਅਸਰ ਇਸ ਲਛਮਣ ਦਾਸ ਉੱਤੇ ਹੁੰਦਾ ਹੈ। ਇੱਥੋਂ ਇਹ ਫਿਰ ਵਿਰਾਗੀ ਬਣ ਕੇ ਤੁਰ ਪੈਂਦਾ ਹੈ, ਛੱਡ ਦਿੰਦਾ ਸਾਰਾ ਕੁਝ। ਇਹ ਇੱਕ ਵਿਰਾਗੀਆਂ ਦੇ ਟੋਲੇ ਵਿੱਚ ਜਾ ਰਲਦਾ ਹੈ। ਵਿਰਾਗੀ ਫਿਰ ਇਹਦਾ ਨਾਮ ਬਦਲ ਦਿੰਦੇ ਆ ਤੇ ਮਾਧੋ ਦਾਸ ਦਾ ਨਾਮ ਰੱਖ ਦਿੰਦੇ। ਉਹ ਇਹ ਵਿਰਾਗੀਆਂ ਦਾ ਟੋਲਾ ਇਹਦਾ ਨਾਮ ਬਦਲਦਾ ਹੈ ਮਾਧੋ ਦਾਸ। ਜਦੋਂ ਮਾਧੋ ਦਾਸ ਵਿਰਾਗੀਆਂ ਦੇ ਟੋਲੇ ਵਿੱਚ ਜਾ ਰਲਦਾ ਹੈ, ਉਸ ਵੇਲੇ ਉਹਨਾਂ ਵਰਗਾ ਰਹਿਣ ਸਹਿਣ, ਉਹਨਾਂ ਵਰਗਾ ਖਾਣ ਪੀਣ, ਉਹਨਾਂ ਵਰਗਾ ਸਾਰਾ ਇਹਦਾ ਜੋ ਵੀ ਲਿਬਾਸ ਹੈ ਸਾਰਾ ਕੁਝ ਉਹਨਾਂ ਵਰਗਾ ਹੋ ਰਿਹਾ, ਕਿਉਂਕਿ ਜਿਸ ਡੇਰੇ ਵਿੱਚ ਪਲ ਰਿਹਾ ਉਹਦੇ ਮੁਤਾਬਕ ਉਹ ਚੱਲਣਾ ਸ਼ੁਰੂ ਹੋ ਗਿਆ। ਇੱਥੋਂ ਅਸੀਂ ਗੱਲ ਕਰੀਏ ਕਿ ਮਾਧੋ ਦਾਸ ਕਿਸ ਬੰਦੇ ਨੂੰ ਤੁਰਿਆ ਹੈ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ੁਰੂਆਤ ਕਰਦੇ, ਕਿਉਂਕਿ ਮਿਲਾਪ ਤੋਂ ਗੱਲ ਸਾਰੀ ਚੱਲਣੀ ਹੈ। ਮਾਧੋ ਦਾਸ ਦੀ ਗੱਲ ਤਾਂ ਅੱਗੋਂ ਚੱਲ ਕੇ ਹੁਣ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਣਨਾ, ਇੱਥੋਂ ਅੱਗੇ ਗੱਲ ਸ਼ੁਰੂ ਹੋਣੀ। ਪਰ ਇਹਨੂੰ ਜੋੜਨ ਲਈ ਲੜੀ ਨੂੰ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਤੋਂ ਸਾਨੂੰ ਲਿਆਉਣਾ ਪੈਣਾ ਹੈ, ਨੰਦੇੜ ਤੱਕ ਮਹਾਰਾਜ ਦੇ ਮਿਲਾਪ ਦੀ ਗੱਲ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ। ਆਨੰਦਪੁਰ ਦਾ ਕਿਲ੍ਹਾ ਛੱਡ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਛੀਵਾੜੇ, ਇੱਥੇ ਪਰਿਵਾਰ ਦੇ ਜਿਹੜੇ ਜੀ ਨੇ ਵੰਡੇ ਜਾਂਦੇ ਨੇ। ਸਤਿਗੁਰੂ ਮਹਾਰਾਜ ਜੀ ਚਮਕੌਰ ਆ ਜਾਂਦੇ ਆ। ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਨੇ ਤੇ ਨਾਲ ਉਹਨਾਂ ਦੇ ਸਿੱਖ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ 10 ਲੱਖ ਮੁਲਖਈਏ ਦਾ ਮੁਕਾਬਲਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੱਖ ਨੇ। ਇੱਥੇ ਇੱਕ ਬੜੀ ਪਿਆਰੀ ਮੈਨੂੰ ਗੱਲ ਚੇਤੇ ਆਈ ਕਿ ਸੱਚਮੁੱਚ ਜਿਹੜੀ ਚਮਕੌਰ ਦੀ ਗੜੀ ਵਿੱਚ ਗੱਲ ਹੋਈ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰੈਕਟੀਕਲ ਕਰਕੇ ਵਿਖਾ ਦਿੱਤੀ। ਸੰਤ ਰਾਮ ਉਦਾਸੀ ਦੀਆਂ 4 ਸਤਰਾਂ ਨੇ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ। ਉਹ ਤਾਂ ਮੇਰੇ ਮਨ 'ਚ ਚੰਗੀਆਂ ਲੱਗੀਆਂ ਵੀ ਉਹਦੀ ਜਿਹੜੀ ਉਸ ਵੇਲੇ ਦੀ ਕਹੀ ਹੋਈ ਗੱਲ ਹੈ ਨਾ, ਚਮਕੌਰ ਦੀ ਗੜੀ ਵਿੱਚ ਸਿੱਖਾਂ ਨੇ ਜਾਂ ਗੁਰੂ ਸਾਹਿਬ ਦੇ ਪੁੱਤਰਾਂ ਨੇ ਜਿਹੜੇ ਬਚਨ ਕਹੇ, ਇਉਂ ਕਹਿ ਲਓ ਉਸ ਕਵੀ ਦੇ ਬੋਲ, ਉਹ ਸੱਚਮੁੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਵਿਖਾ ਦਿੱਤੇ। ਉਹਦੇ ਬੋਲ ਬੜੇ ਪਿਆਰੇ ਨੇ। ਉਹ ਲਿਖਦਾ ਹੈ ਕਿ ਉਸ ਵੇਲੇ ਗੁਰੂ ਸਾਹਿਬ ਦੇ ਪੁੱਤਰ ਜਾਂ ਉਹਦੇ ਸਿੱਖ ਕਹਿ ਰਹੇ ਸਨ, ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਲੜਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਕੱਢ ਲਵਾਂਗੇ ਗਮਾਂ ਦੇ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਇਹਦਾ ਮਤਲਬ ਜਿਹੜੇ ਉਸ ਵੇਲੇ ਨੇ ਬਚਨ ਕਹੇ ਸੱਚਮੁੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕਰਕੇ ਵਿਖਾ ਦਿੱਤੇ ਨੇ। ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਮਹਾਰਾਜ ਜੀ ਨੇ ਉਹ ਚਮਕੌਰ ਦੀ ਗੜੀ ਨੂੰ ਛੱਡਦੇ ਆ। ਸਤਿਗੁਰੂ ਮਹਾਰਾਜ ਜੀ ਮਾਛੀਵਾੜੇ ਇੱਥੋਂ ਦਮਦਮਾ ਸਾਹਿਬ ਦੀ ਧਰਤੀ ਤੇ ਆਉਂਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੰਦੇੜ ਨੂੰ ਵੱਧਦੇ ਆ। ਅੱਗੇ ਇੱਕ ਡੇਰਾ ਆਉਂਦਾ ਹੈ, ਉਸ ਡੇਰੇ ਤੇ ਜਿਹੜੇ ਦਾਦੂ ਪੰਥੀਆਂ ਦਾ ਡੇਰਾ ਜਿਹਨੂੰ ਕਿਹਾ ਜਾਂਦਾ ਹੈ, ਨਰਾਇਣੇ ਜਾ ਕੇ ਸਤਿਗੁਰੂ ਮਹਾਰਾਜ ਜੀ ਉੱਥੇ ਟਿਕਦੇ। ਉੱਥੋਂ ਦਾ ਮਹੰਤ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ
कि महाराज ਤੁਸੀਂ ਅੱਗੇ ਚੱਲਿਓ ਪਰ ਗਦਾਵਰੀ ਦੇ ਕੰਢੇ ਤੇ ਇੱਕ ਡੇਰਾ ਉੱਥੇ ਨਾ ਜਾਇਓ, ਕਿਉਂਕਿ ਮਾਰੋ ਦਾਸ ਉਦੋਂ ਉੱਥੇ ਬਹਿ ਚੁੱਕਿਆ ਸੀ। ਅਵਗੜਨਾਥ ਇਹਦਾ ਗੁਰੂ ਸੀ, ਜਿਹਦੇ ਕੋਲੋਂ ਇਹਨੇ ਬੜੀਆਂ ਰਿੱਧੀਆਂ ਸਿੱਧੀਆਂ ਸਿੱਖ ਲਈਆਂ ਸਨ। ਜਦੋਂ ਉਹਦੀ ਮੌਤ ਹੋ ਗਈ ਤੇ ਇਹਨੇ ਗਦਾਵਰੀ ਦੇ ਕੰਢੇ ਤੇ ਆਪਣਾ ਡੇਰਾ ਸਥਾਪਿਤ ਕਰ ਲਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦਾ ਉਸ ਦਾ ਮਹੰਤ ਕਿ ਮਹਾਰਾਜ ਉੱਥੇ ਨਾ ਜਾਇਓ ਜੇ। ਮਹਾਰਾਜ ਕਹਿੰਦੇ ਚੱਲੇ ਹੀ ਉੱਥੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਡੇਰੇ 'ਚ ਪਹੁੰਚ ਜਾਂਦੇ ਤੇ ਮਾਧੋ ਦਾਸ ਵਿਰਾਗੀ ਬੈਠਾ ਹੋਇਆ ਹੈ। ਇਹ ਉਸ ਵੇਲੇ ਡੇਰੇ 'ਚ ਨਹੀਂ, ਮਹਾਰਾਜ ਦੇ ਪਲੰਗ ਦੇ ਉੱਪਰ ਜਾ ਕੇ ਬੈਠਦੇ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹਦੇ ਚੇਲੇ ਜਾ ਕੇ ਦੱਸਦੇ ਆ ਮਾਧੋ ਦਾਸ ਨੂੰ ਕਿ ਅੱਜ ਤੇਰੇ ਡੇਰੇ ਦੇ ਵਿੱਚ, ਇਸ ਡੇਰੇ ਵਿੱਚ ਜਿਹੜਾ ਆ ਕੇ ਬੈਠਾ ਉਹਦੇ ਵਰਗੇ ਵੀ ਉਹਦੇ ਇੱਕੋ ਜਿਹੇ ਲੱਗਦੇ ਨੇ। ਉਹਨਾਂ ਦਾ ਲਿਬਾਸ, ਉਹਨਾਂ ਦਾ ਚਿਹਰਾ, ਉਹਨਾਂ ਦੀ ਸ਼ਕਲ ਸੂਰਤ ਸਭ ਇੱਕੋ ਜਿਹੀ ਹੈ, ਪਰ ਜਿਹੜਾ ਤੇਰੇ ਪਲੰਗ ਦੇ ਉੱਤੇ ਬੈਠਾ ਉਹਦੀਆਂ ਝਲਕਾਂ ਕੁਝ ਵੱਖਰੀਆਂ ਪੈਂਦੀਆਂ ਨੇ, ਉਹ ਕੋਈ ਰੱਬੀ ਨੂਰ ਲੱਗਦਾ ਹੈ। ਮਾਧੋ ਦਾਸ ਨੇ ਗੱਲ ਸੁਣੀ, ਡੇਰੇ ਵਿੱਚ ਪਹੁੰਚਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੇ ਤੱਕਿਆ ਇਹਨੇ। ਕੁਝ ਇਤਿਹਾਸਕਾਰ ਕਹਿੰਦੇ ਆ ਕਿ ਗੁਰੂ ਗੋਬਿੰਡ ਸਿੰਘ ਮਹਾਰਾਜ ਜੀ ਦਾ ਮਿਲਾਪ ਪਹਿਲਾਂ ਹੋ ਚੁੱਕਿਆ ਸੀ ਮਾਧੋ ਦਾਸ ਦੇ ਨਾਲ। ਕੁਝ ਇਤਿਹਾਸਕਾਰਾਂ ਜ਼ਿਕਰ ਵੀ ਕੀਤਾ ਹੈ। ਵੈਸੇ ਤਾਂ ਇਤਿਹਾਸ ਬੜਾ ਲੰਮਾ ਚੌੜਾ ਹੈ। ਇਹਦੇ ਵੱਡ ਵਡੇਰੇ ਵੀ ਪਹਿਲੇ ਗੁਰੂ ਸਾਹਿਬਾਨਾਂ ਦੇ ਨਾਲ ਉਹਨਾਂ ਦਾ ਵੀ ਮਿਲਾਪ ਹੋਣ ਦੀਆਂ ਗੱਲਾਂ ਨੇ। ਜਿਹੜਾ ਸਮਰੱਥ ਰਾਮਦਾਸ ਹੈ ਨਾ, ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਮਿਲ ਚੁੱਕਿਆ ਸੀ, ਤੇ ਜਿਹੜਾ ਸ਼ਿਵਾਜੀ ਮਰਾਠਾ ਨੂੰ ਜਾ ਕੇ ਉਹਦਾ ਜਿਹੜਾ ਗੁਰੂ ਬਣਦਾ ਹੈ ਉਹ ਸਮਰੱਥ ਰਾਮਦਾਸ ਹੈ, ਤੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਮਿਲਿਆ। ਉਹ ਮਾਧੋ ਦਾਸ ਨੂੰ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰੂ ਨਾਨਕ ਦੇ ਘਰ ਦੀ ਗੱਲ ਉਹ ਵੀ ਦੱਸਦਾ ਰਿਹਾ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗੇ ਆ, ਸਤਿਗੁਰੂ ਮਹਾਰਾਜ ਜੀ ਇਹਦੇ ਪਲੰਗ ਤੇ ਬੈਠੇ ਮਾਧੋ ਦਾਸ ਡੇਰੇ ਚ ਆਉਂਦਾ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੇ ਤੱਕਦਾ ਹੈ, ਸਤਿਗੁਰਾਂ ਦੇ ਨੇੜੇ ਆਉਂਦਾ ਹੈ। ਇਹ ਦੋਨੋਂ ਗੋਡੇ ਥੱਲੇ ਜ਼ਮੀਨ ਤੇ ਲਾ ਕੇ ਆਪਣਾ ਸਿਰ ਪਲਗੇ ਨਾਲ ਲਾ ਲੈਂਦਾ ਹੈ। ਉੱਥੇ ਫਿਰ ਪ੍ਰਿੰਸੀਪਲ ਗੰਡਾ ਸਿੰਘ ਜੀ ਕਹਿੰਦੇ ਨੇ ਕਿ ਵਾਰਤਾਲਾਪ ਹੁੰਦੀ ਇਹਨਾਂ ਦੀ। ਉਹ ਪੁੱਛਦਾ ਕਿ ਤੁਸੀਂ ਕੌਣ? ਇਸ ਤਰ੍ਹਾਂ ਲਿਖਿਆ ਉੱਥੇ, ਤੁਸੀਂ ਕੌਣ? ਮਹਾਰਾਜ ਨੇ ਕਿਹਾ ਤੂੰ ਜਾਣਦਾ ਹੈ? ਉਹ ਪੁੱਛਦਾ ਕਿ ਮੈਂ ਕਿਹਨੂੰ ਜਾਣਦਾ? ਮਹਾਰਾਜ ਕਹਿੰਦੇ ਆਪਣੇ ਅੰਦਰ ਝਾਤ ਮਾਰ ਕੇ ਦੇਖ। ਤੇ ਫਿਰ ਉਹ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਮਹਾਰਾਜ ਕਹਿੰਦੇ ਠੀਕ ਪਹਿਚਾਣਿਆ ਹੈ। ਇੱਥੋਂ ਗੱਲ ਇੰਨੀ ਵਾਰਤਾਲਾਪ ਲਿਖੀ ਉੱਤੇ ਇਤਿਹਾਸਕਾਰਾਂ, ਏਦਾਂ ਮਹਾਰਾਜ ਨੇ ਗੱਲਬਾਤ ਹੁੰਦੀ ਹੈ। ਕਹਿੰਦਾ ਮਹਾਰਾਜ ਫਿਰ ਇੱਥੇ ਕਿਵੇਂ? ਮਹਾਰਾਜ ਕਹਿੰਦੇ ਤੈਨੂੰ ਬੰਦਾ ਬਣਾਉਣ ਵਾਸਤੇ ਆਏ ਆ। ਬੰਦਾ ਦਾ ਮਤਲਬ ਹੋ ਗਿਆ ਤੇਰਾ ਜੀਵਨ ਬਦਲਣ ਵਾਸਤੇ ਆਏ ਆ, ਤੇਰੇ ਜੀਵਨ 'ਚ ਤਬਦੀਲੀ ਲਿਆਉਣ ਵਾਸਤੇ ਆਏ ਆ। ਤੇ ਮਾਧੋ ਦਾਸ ਕੁਝ ਚਲਿਆ ਇਤਿਹਾਸਕਾਰਾਂ ਨੇ ਬੜੀਆਂ ਹੋਰ ਵੀ ਗੱਲਾਂ ਵੱਧ ਚੜਾ ਕੇ ਲਿਖੀਆਂ ਨੇ, ਮੈਂ ਉਹ ਨਹੀਂ ਕਰ ਰਿਹਾ। ਬਹੁਤ ਕੁਝ ਲਿਖਿਆ ਵਿਦਵਾਨਾਂ ਨੇ ਜੀ ਉੱਥੇ ਜਿਹੜਾ ਸੀ ਉਹ ਕਈ ਬੱਕਰੇ ਵੜਤੇ, ਖੂਨ ਡੋਲਿਆ, ਭੱਜਾ ਆਇਆ ਮੇਰੇ ਡੇਰੇ 'ਚ। ਮੈਂ ਉਸ ਚੀਜ਼ ਨੂੰ ਨਹੀਂ ਲੈ ਰਿਹਾ, ਮੈਂ ਤਪ ਦੀ ਗੱਲ ਕਰ ਰਿਹਾ। ਉਹ ਗੱਲ ਕਰੀਏ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਬੰਦੇ ਦਾ ਜੀਵਨ ਬਦਲ ਕੇ ਕਿੱਡੀ ਵੱਡੀ ਉੱਤੇ ਬਖਸ਼ਿਸ਼ ਕਰਨ ਲੱਗੇ, ਮੈਂ ਉਹਦੇ ਵਾਲੇ ਬੰਨੇ ਮੇਰਾ ਧਿਆਨ ਜ਼ਿਆਦਾ ਹੁੰਦਾ ਹੈ। ਮੈਂ ਬਹੁਤੀਆਂ ਉਹ ਜਿਹੀਆਂ ਗੱਲਾਂ 'ਚ ਨਹੀਂ ਪੈਂਦਾ ਜਿਹੜੀਆਂ ਬਿਨਾਂ ਮਤਲਬ ਵਾਲੀਆਂ ਹੋਣ, ਉਹਦਾ ਫਾਇਦਾ ਵੀ ਕੋਈ ਨਹੀਂ ਹੁੰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹਨੂੰ ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਮਾਛੀਵਾੜੇ ਤੱਕ ਤੇ ਦਮਦਮਾ ਸਾਹਿਬ ਦੀ ਧਰਤੀ ਤੱਕ ਜੋ ਕੁਝ ਵਾਪਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਵਾਰਤਾ ਸੁਣਾਈ। ਜਦੋਂ ਇਹ ਦੱਸਿਆ ਨਾ ਕਿ 13-14 ਸਾਲ ਦੇ ਮੇਰੇ ਪੁੱਤਰ ਚਮਕੌਰ ਦੀ ਗੜੀ 'ਚ ਮੇਰੀ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਹੈ, ਜਦੋਂ ਮਹਾਰਾਜ ਨੇ ਇਹ ਦੱਸਿਆ ਵੀ 7 ਤੇ 9 ਸਾਲ ਦੇ ਮੇਰੇ ਪੁੱਤਰ ਕੋਹ ਕੇ ਜ਼ਾਲਮਾਂ ਨੇ ਸ਼ਹੀਦ ਕਰ ਦਿੱਤੇ ਹੈ, ਤੇ 80 ਸਾਲ ਦੀ ਬਿਰਧ ਮਾਂ ਵੀ ਜਿਹੜੀ ਉਹ ਠੰਡੇ ਬੁਰਜ ਤੋਂ ਸੁੱਟ ਕੇ ਸ਼ਹੀਦ ਕਰ ਦਿੱਤੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਸਾਰੀ ਵਾਰਤਾ ਸੁਣਾ ਰਹੇ ਸਨ, ਤੇ ਇਉਂ ਕਹਿ ਲਓ ਮਾਧੋ ਦਾਸ ਦੇ ਅੰਦਰ ਦਾ ਉਹ ਉਬਾਲਾ ਬਾਹਰ ਆ ਰਿਹਾ ਜਿਹੜਾ ਉਹ ਸੂਰਮਤਾਈ ਉਹਦੇ ਬਚਪਨ ਵਿੱਚ ਸੀ, ਜਿਹੜਾ ਬਹਾਦਰਪੁਣਾ ਉਹਦੇ ਅੰਦਰ ਸੀ ਨਾ, ਮਹਾਰਾਜ ਪ੍ਰਗਟ ਕਰ ਰਹੇ ਨੇ ਉਸ ਨੂੰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਮੇਰੇ ਕੋਲੇ ਕਿਵੇਂ? ਮਹਾਰਾਜ ਕਹਿੰਦੇ ਤੇਰੇ ਤੋਂ ਸੇਵਾ ਲੈਣੀ ਹੈ। ਕਿਉਂਕਿ ਬਹਾਦਰ ਸ਼ਾਹ ਜਿਹੜਾ ਸੀ, ਭਾਵੇਂ ਕਿ ਮਹਾਰਾਜ ਨੇ ਉਸ ਬਹਾਦਰ ਸ਼ਾਹ ਦੀ ਮਦਦ ਜ਼ਰੂਰ ਕੀਤੀ, ਪਰ ਸਾਨੂੰ ਸਭ ਨੂੰ ਪਤਾ ਹੈ ਵੀ ਉਹ ਆਖਿਰਕਾਰ ਭੱਜ ਗਿਆ ਉਹਨਾਂ ਗੱਲਾਂ ਤੋਂ ਜਿਹੜੀਆਂ ਮਹਾਰਾਜ ਦੇ ਨਾਲ ਵਾਅਦੇ ਕੀਤੇ ਸੀ, ਭੱਜ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹ ਕੁਝ ਧਰਤੀ ਤੇ ਹੋ ਰਿਹਾ, ਇੰਨਾ ਖੂਨ ਡੁੱਲਿਆ ਮਜ਼ਲੂਮਾਂ ਦਾ ਇਸ ਧਰਤੀ ਦੇ ਉੱਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਕਹਿ ਲਓ ਕਿ ਮਾਧੋ ਦਾਸ ਬਰਾਗੀ ਨੇ ਕਿਹਾ ਮਹਾਰਾਜ ਜੋ ਮੈਨੂੰ ਸੇਵਾ ਲਾਓ। ਮਹਾਰਾਜ ਕਹਿੰਦੇ ਪਹਿਲਾਂ ਤੇ ਤੂੰ ਖੰਡੇ ਬਾਟੇ ਦੀ ਪੌੜ ਲੈ ਕੇ ਤੇ ਸਿੰਘ ਸਾਜੇ। ਮਹਾਰਾਜ ਨੇ ਉੱਥੇ ਖੰਡੇ ਬਾਟੇ ਦੀ ਪੌੜ ਸਿੰਘਾਂ ਨੇ ਤਿਆਰ ਕੀਤੀ, ਇਹਨੂੰ ਪੌੜ ਦਿੱਤੀ ਗਈ, ਇਹਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ। ਮੈਂ ਅੱਗੇ ਵੀ ਬੇਨਤੀ ਕੀਤੀ ਕਈ ਵਾਰ ਵੀ ਇਹ ਨਾਂ ਪ੍ਰਚਲਿਤ ਨਹੀਂ ਹੋਇਆ, ਜ਼ਿਆਦਾ ਨਾਂ ਪ੍ਰਚਲਿਤ ਹੋ ਗਿਆ ਬੰਦਾ ਸਿੰਘ ਜੀ। ਅਸੀਂ ਉਸੇ ਨਾਂ ਨੂੰ ਚੱਲ ਲੈਂਦੇ ਹਾਂ ਜੋ ਪ੍ਰਚਲਿਤ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਦਾਤ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀਆਂ ਬਖਸ਼ਿਸ਼ਾਂ ਉਹ ਕਰੋ ਦੇ ਦਿੱਤੀਆਂ। ਸਤਿਗੁਰੂ ਮਹਾਰਾਜ ਜੀ ਫਿਰ ਇੱਥੋਂ ਨੰਦੇੜ, ਜਿੱਥੇ ਮਹਾਰਾਜ ਦਾ
ਅੰਤਮ ਸਮਾਂ ਆਉਂਦਾ ਗੁਰੂ ਗੋਬਿੰਦ ਸਿੰਘ ਦਾ। ਕੁਝ ਵਿਦਵਾਨ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੀ ਸਨ। ਸਤਿਗੁਰੂ ਮਹਾਰਾਜ ਜੀ ਨੇ ਜਿਸ ਵੇਲੇ ਉਹਨਾਂ ਦੇ, ਸਾਨੂੰ ਸਭ ਨੂੰ ਪਤਾ ਵੀ ਛੁਰਾ ਮਾਰਿਆ ਗਿਆ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਿਲੀ ਵਾਰ ਟਾਂਕੇ ਲਾ ਦਿੱਤੇ ਗਏ ਸਨ। ਦੁਬਾਰਾ ਫਿਰ ਜਦੋਂ ਮਹਾਰਾਜ ਨੇ ਤੀਰ ਚਲਾਇਆ, ਦੂਰੀ ਵਾਰ ਉਹ ਟਾਂਕੇ ਜਿਹੜੇ ਟੁੱਟ ਗਏ ਸਨ ਤੇ ਖੂਨ ਬਹੁਤ ਚੱਲਿਆ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਕੇ ਤੇ ਬਚਨ ਕਰ ਦਿੱਤਾ ਵੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ ਦੇ ਗਿਆ, ਕਹਿ ਦਿੱਤਾ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ। ਸਤਿਗੁਰੂ ਮਹਾਰਾਜ ਜੀ ਹੁਣ ਪੰਜਾਬ ਦੀ ਧਰਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਦੇ ਹੈ। 5 ਸਿੱਖਾਂ ਦਾ ਨਾਲ ਸਿੰਘ ਦਿੰਦੇ ਹੈ, 5 ਤੀਰ ਦਿੰਦੇ ਹੈ ਤੇ ਮਹਾਰਾਜ ਸਾਰੀ ਬਖਸ਼ਿਸ਼ ਆਪਣੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਪੰਜਾਬ ਦੀ ਧਰਤੀ ਨੂੰ ਤੋੜ ਦਿੰਦੇ। ਤੇ ਨਾਲ ਹੀ ਮਹਾਰਾਜ ਕਹਿ ਦਿੰਦੇ ਆ ਜਦੋਂ ਸਰਹੰਦ ਦੇ ਉੱਤੇ ਹਮਲਾ ਕਰਨਾ ਉਦੋਂ ਮਾਝੇ ਦੇ ਸਿੰਘ ਨਾਲ ਆਣ ਰਲਣ, ਚਿੱਠੀਆਂ ਪਾ ਦਿਓ ਜੀ। ਮਹਾਰਾਜ ਨੇ ਹੁਕਮਨਾਮੇ ਭੇਜੇ, ਬਾਬਾ ਬੰਦਾ ਸਿੰਘ ਬਹਾਦਰ ਰਾਹੀਂ ਚਿੱਠੀਆਂ ਦੂਰ ਦੂਰ ਤੱਕ ਸਿੱਖਾਂ ਕੋਲੇ ਪਹੁੰਚ ਗਈਆਂ ਵੀ ਗੁਰੂ ਗੋਬਿੰਦ, ਇੱਕ ਤਾਂ ਇਹ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਆਨਾ ਕਰ ਗਏ ਨੇ, ਮਹਾਰਾਜ ਜੋਤੀ ਜੋਤ ਸਮਾ ਗਏ ਨੇ, ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਗਏ ਨੇ ਤੇ ਮਹਾਰਾਜ ਸੇਵਾ ਲਾ ਗਏ ਨੇ ਕਿ ਇਸ ਧਰਤੀ ਦੇ ਜਿਹੜੇ ਜ਼ੁਲਮ ਕਰਨ ਵਾਲੇ ਹੈ, ਇਸ ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟ ਦੇਣੀਆਂ ਨੇ। ਇਹ ਮਹਾਰਾਜ ਦਾ ਹੁਕਮ ਹੈ। ਇਸ ਕਰਕੇ ਜਿੱਥੇ ਜਿੱਥੇ ਸੁਣਿਆ ਪਹੁੰਚਿਆ ਉੱਥੋਂ ਵੀਰਾਂ ਘੱਤ ਕੇ ਸਿੱਖ ਜਿਹੜੇ ਸਨ ਤੁਰਨ ਲੱਗ ਪਏ। ਬਾਬਾ ਬੰਦਾ ਸਿੰਘ ਬਹਾਦਰ ਫਿਰ ਸਾਧ ਸੰਗਤ ਜੀ ਇੱਥੋਂ ਚੱਲਦੇ ਆ। ਇਹਨਾਂ ਨੇ ਫਿਰ ਸੰਢੌਰਾ, ਸਮਾਣਾ, ਸਰਹੰਦ, ਇਹ ਸਾਰੇ ਕੁਝ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੈਸ਼ ਨੈਸ਼ ਕਰਦੇ ਆਉਂਦੇ ਆ ਤੇ ਉਹ ਜਿਹੜੇ ਜ਼ਾਲਮ ਸਨ ਉਹਨਾਂ ਨੂੰ ਸੋਧਦੇ ਆਉਂਦੇ ਆ। ਸੁੱਚਾ ਨੰਦ ਨੂੰ ਮਾਰਿਆ, ਇਸੇ ਤਰ੍ਹਾਂ ਗੰਗੂ ਦੀ ਗੱਲ ਹੈ, ਵਜ਼ੀਰ ਖਾਨ ਦੀ ਹੈ, ਇਹਨਾਂ ਸਾਰਿਆਂ ਦੇ ਟੁਕੜੇ ਕੀਤੇ ਹੈ। ਬਾਜ ਸਿੰਘ ਨੂੰ ਵਜ਼ੀਰ ਖਾਨ ਨੇ ਕਿਹਾ ਸਰਹੰਦ ਵਿਖੇ, ਉਹਨੇ ਜਿਹੜੇ ਸ਼ਬਦ ਜੋ ਵਿਦਵਾਨਾਂ ਨੇ ਲਿਖੇ ਨੇ, ਉਹਨੇ ਕਿਹਾ ਓਏ ਗੰਦੇ ਕੁੱਤਿਆ, ਇਹ ਸ਼ਬਦ ਉਹਦੇ ਨੇ ਜੋ ਮੈਂ ਕਹਿ ਰਿਹਾ, ਕਿਉਂਕਿ ਉਹ ਲੋਕ ਸਾਨੂੰ ਵੇਖੋ ਜਿਹੜਾ ਦੁਸ਼ਮਣ ਹੈ ਉਹ ਤਾਂ ਬਾਤ ਕਰੇ ਹੁਣ ਹੋਣੀ, ਉਹਨੇ ਤਾਂ ਕਰਨੀ ਗੱਲ। ਉਹਨੇ ਜਦੋਂ ਬਾਜ ਸਿੰਘ ਨੂੰ ਇਹ ਸ਼ਬਦ ਵਰਤਿਆ, ਬੜਾ ਭੈੜਾ ਸ਼ਬਦ ਵਰਤਿਆ, ਤੇ ਬਾਜ ਸਿੰਘ ਨੇ ਵਜ਼ੀਰ ਖਾਨ ਦਾ ਨੇਜਾ ਫੜ ਕੇ ਉਹਦੇ ਕੋਲੋਂ ਖੋਹ ਕੇ ਉਹਦੇ ਹੀ ਘੋੜੇ ਦੇ, ਜਿਹੜਾ ਸੀ ਜਾਂ ਘੋੜਾ ਕਹਿ ਲਓ ਜਾਂ ਕੁਝ ਕਹਿੰਦੇ ਹਾਥੀ ਕਹਿ ਲਓ, ਖੈਰ ਜੋ ਵੀ ਉਹਦੀ ਸਵਾਰੀ ਹੈ, ਉਹਦੇ ਮੱਥੇ ਵਿੱਚ ਮਾਰ ਕੇ ਤੇ ਉਹ ਵਜ਼ੀਰ ਖਾਨ ਨੂੰ ਧਰਤੀ ਤੇ ਸੁੱਟਿਆ। ਇੰਨੇ ਚਿਰ ਨੂੰ ਭਾਈ ਫਤਿਹ ਸਿੰਘ ਜਿਹੜਾ ਸੀ, ਭਾਈ ਫਤਿਹ ਸਿੰਘ ਨੇ ਆਪਣੀ ਸ੍ਰੀ ਸਾਹਿਬ ਕੱਢੀ। ਉਹਨੇ ਫਿਰ ਵਜ਼ੀਰ ਖਾਨ ਦੇ ਪੇਟੀ ਰੋਗ ਅਸੀਂ ਕਹਿੰਦੇ ਜਿਵੇਂ ਆਪਾਂ ਗਾਤਰਾ ਪਾਇਆ, ਜਾਂ ਐਸਰੋ ਕਹਿ ਲਓ ਜਾਂ ਐਸਰੋ ਕਹਿ ਲਓ, ਨੇ ਏਡੇ ਜ਼ੋਰ ਦੀ ਇਹ ਵਜ਼ੀਰ ਖਾਨ ਦੇ ਕਹਿ ਲਓ ਕਿ ਸ੍ਰੀ ਸਾਹਿਬ ਮਾਰੀ ਕਿ ਪੇਟੀ ਰੋਗ ਚੀਰ ਕੇ ਰੱਖ ਦਿੱਤਾ ਵਜ਼ੀਰ ਖਾਨ। ਇੱਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਸ਼ਾਨ ਚਲਾਉਣੇ ਸ਼ੁਰੂ ਕਰ ਦਿੱਤੇ। ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਸੁਣਾ ਕੇ ਹਟਿਆ ਨਾ, ਸੰਤ ਰਾਮ ਉਦਾਸੀ ਜੀ ਵਾਲੀ, ਸੱਚਮੁੱਚ ਹੁਣ ਉਹ ਗੱਲ ਵਾਪਰਨ ਲੱਗੀ ਹੈ। ਮੈਂ ਫਿਰ ਇੱਕ ਵਾਰ ਦੁਹਰਾ ਦਿਆਂ, ਜਿਹੜੀ ਸੰਗਤ ਬਾਅਦ ਚ ਆਈ ਹੈ, ਕਿ ਮੈਂ ਇੱਕ ਜ਼ਿਕਰ ਕੀਤਾ ਸੀ ਵੀ ਸੰਤ ਰਾਮ ਉਦਾਸੀ ਕਹਿ ਰਿਹਾ ਸੀ ਕਿ ਜਦੋਂ ਚਮਕੌਰ ਦੀ ਗੜੀ ਵਿੱਚ ਮਹਾਰਾਜ ਨੂੰ ਸਿੱਖ ਕਹਿ ਰਹੇ ਸਨ ਕਿ ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ ਕਿਵੇਂ ਲੜਨਗੇ ਜੀ ਆਜ਼ਾਰ ਅਜੀਰ ਤੇਰੇ, ਸਰ ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਕੱਢ ਲਵਾਂਗੇ ਗਮਾਂ ਦੇ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਹੁਣ ਕਿਲੇ ਬਣਾਉਣ ਲੱਗੇ ਨੇ ਬਾਬਾ ਬੰਦਾ ਸਿੰਘ। ਕਿਲੇ ਦਾ ਮਤਲਬ ਹੈ ਉੱਥੇ ਨਿਸ਼ਾਨ ਕੱਢਣ ਲੱਗੇ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਨਿਸ਼ਾਨ ਕੱਢਿਆ। ਚੱਪੜ ਚਿੜੀ ਦੇ ਮੈਦਾਨ ਦਾ ਅਸੀਂ ਇਤਿਹਾਸ ਜਾਣਦੇ ਹਾਂ ਕਿ ਉੱਥੇ ਸਿੰਘਾਂ ਦੀ ਜੋ ਸ਼ਹਾਦਤ ਹੁੰਦੀ ਹੈ, ਇਹ ਲੜਾਈ ਹੁੰਦੀ ਹੈ। ਮੈਂ ਸੰਖੇਪ ਬਹੁਤ ਚੱਲ ਰਿਹਾ ਕਿਉਂਕਿ ਸ਼ਹਾਦਤ ਤੱਕ ਪਹੁੰਚਣਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਫਿਰ ਪੰਜਾਬ ਵਾਲੀ ਧਰਤੀ ਨੂੰ ਵਧਦੇ ਜਾ ਰਹੇ। ਸਮਾਂ ਇਉਂ ਆ ਗਿਆ ਕਿ ਜਲੰਧਰ ਕੀ, ਕਰਤਾਰਪੁਰ ਕੀ, ਇਹ ਸਾਰਾ ਇਲਾਕਾ ਜਿਹੜਾ ਹੈ, ਬਾਬਾ ਬੰਦਾ ਸਿੰਘ ਬਹਾਦਰ ਜਿੱਧਰ ਤੁਰੇ ਜਾਂਦੇ ਆ ਉੱਥੇ ਧਾਕ ਜੰਮਦੀ ਜਾਂਦੀ ਹੈ। ਆਪਣੇ ਸਿੰਘਾਂ ਨੂੰ ਉੱਥੋਂ ਦੇ ਮੁਖੀ ਬਣਾਈ ਜਾਂਦੇ ਆ ਤੇ ਨਿਸ਼ਾਨ ਗੱਡੀ ਜਾਂਦੇ ਆ। ਆਖਿਰਕਾਰ ਜਦੋਂ ਪਿੱਛੋਂ ਇਉਂ ਕਹਿ ਲਓ ਕਿ ਜਿਹੜਾ ਦੁਸ਼ਮਣ ਹੈ ਉਹ ਵੀ ਚੜਿਆ ਆਉਂਦਾ ਹੈ। ਕੁਝ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਮੂ ਕਸ਼ਮੀਰ ਦੀਆਂ ਪਹਾੜੀਆਂ 'ਚ ਜਾਣਾ ਪਿਆ ਤੇ ਇੱਕ ਵਾਰ ਫਿਰ ਦੁਸ਼ਮਣ ਜਿਹੜਾ ਸੀ ਉੱਠ ਖੜਾ ਹੋਇਆ। ਦੁਸ਼ਮਣ ਨੇ ਫਿਰ ਜਿੱਥੇ ਸਿੰਘਾਂ ਦਾ ਕਬਜ਼ਾ ਸੀ ਉੱਥੋਂ ਕਬਜ਼ੇ ਛਡਾਏ ਵੀ, ਕਿਉਂਕਿ ਦੁਸ਼ਮਣ ਮਗਰੋਂ ਚੜਦਾ ਹੁੰਦਾ ਸੀ। ਸਿੰਘਾਂ ਨੇ ਇੱਕ ਵਾਰ ਨਿਸ਼ਾਨ ਸਭ ਜਗ੍ਹਾ ਤੇ ਚਲਾਏ। ਦੁਬਾਰਾ ਦੁਸ਼ਮਣ ਆਪਣੀਆਂ ਉਹਨਾਂ ਜਗ੍ਹਾ ਉੱਤੇ ਫਿਰ ਆਉਂਦੇ ਸਨ। ਫਿਰ ਸਿੰਘ ਕੁਝ ਸਮਾਂ ਜਿਹੜਾ ਸੀ ਉਹ ਇਉਂ ਕਹਿ ਲਓ ਕਿ ਪਹਾੜੀ ਇਲਾਕੇ ਵਿੱਚ ਚਲੇ ਗਏ। ਇੱਥੋਂ ਫਿਰ ਸਾਧ ਸੰਗਤ ਜੀ ਪਹਾੜੀ ਇਲਾਕੇ ਤੋਂ 3 ਮਹੀਨਾ ਤਕਰੀਬਨ, ਜ਼ਿਆਦਾ ਨਹੀਂ ਸਮਾਂ, 3-4 ਮਹੀਨੇ ਸਮੇਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਫਿਰ ਬਾਹਰ ਆਉਂਦੇ। ਨਹੀਂ ਤਾਂ ਬਾਹਰ ਆਉਣ ਦਾ ਮਤਲਬ ਇਹ ਨਹੀਂ ਸੀ ਲੁਕੇ ਸੀ, ਪਰ ਸਾਨੂੰ ਸਭ ਨੂੰ ਪਤਾ ਵੀ ਜੰਗ ਦੇ ਕੁਝ ਪੈਂਤੜੇ ਹੁੰਦੇ ਆ, ਲੈਣੇ ਪੈਂਦੇ ਆ, ਸਮਾਂ ਵੇਖਣਾ ਪੈਂਦਾ। ਉਹ ਜਰਨੈਲ ਕਾਹਦਾ ਹੋਇਆ ਜਿਹੜਾ ਸਮਾਂ ਵੇਖ ਕੇ ਇਹ ਨਾ ਦੇਖੇ ਵੀ ਕਿਹੜੇ ਵੇਲੇ ਹਮਲਾ ਕਰਨਾ ਤੇ ਕਿਹੜੇ ਵੇਲੇ ਜਿਹੜਾ ਉਸ ਨੂੰ ਟਾਲਣਾ ਵੀ ਹੈ। ਇਹ ਹੁੰਦਾ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਜੀ ਫਿਰ 3-4 ਮਹੀਨਿਆਂ ਬਾਅਦ
ਬਾਹਰ ਨਿਕਲਦੇ ਇਹ ਫਿਰ ਇਲਾਕੇ ਵਿੱਚ ਆ ਜਾਂਦੇ, ਜਿਹੜਾ ਬਟਾਲਾ, ਕਾਨੂੰਮਾਨ ਤੇ ਇਹ ਗੁਰਦਾਸਪੁਰ ਦਾ ਏਰੀਆ ਜਿਹੜਾ ਹੈ। ਆਖਰ ਇੱਥੇ ਆ ਕੇ ਫਿਰ ਆਪਾਂ ਸਭ ਨੂੰ ਪਤਾ ਗੁਰਦਾਸ ਨੰਗਲ ਦੀ ਗੜੀ ਜਿਹਨੂੰ ਅਸੀਂ ਕਹਿੰਦੇ, ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆ ਜਾਂਦੇ। ਉਸ ਗੜੀ ਵਿੱਚ ਇਉਂ ਕਹਿ ਲਓ ਵੀ ਜਿਹੜਾ ਜਿੰਨੇ ਉਹਨਾਂ ਦੇ ਨਾਲ ਸਿੱਖ ਸਨ ਸਾਰੇ ਉਸ ਗੜੀ ਵਿੱਚ ਨੇ। ਉੱਥੇ ਦੋ ਜਰਨੈਲ ਉਸ ਵੇਲੇ ਅਗਵਾਈ ਕਰ ਰਹੇ ਸਨ, ਇੱਕ ਬਾਬਾ ਬੰਦਾ ਸਿੰਘ ਬਹਾਦਰ, ਇੱਕ ਬਾਬਾ ਬਨੋਦ ਸਿੰਘ, ਕਿਉਂਕਿ ਦੋਨੋਂ ਸਿਰ ਕੱਢ ਸਨ। ਹੁਣ ਦੋਨਾਂ ਦੀ ਆਪਸੀ ਥੋੜੀ ਬਹੁਤੀ ਤਕਰਾਰ ਹੋ ਗਿਆ ਇਸ ਗੱਲ ਦੇ ਉੱਤੇ ਕਿ ਬਾਬਾ ਬਨੋਦ ਸਿੰਘ ਕਹਿੰਦਾ ਵੀ ਸਾਨੂੰ ਇਹ ਕਿਲਾ ਛੱਡ ਦੇਣਾ ਚਾਹੀਦਾ। ਗੁਰਦਾਸ ਨੰਗਲ ਦੀ ਗੜੀ ਦਾ ਮੈਂ ਜ਼ਿਕਰ ਕਰ ਰਿਹਾ, ਉਹ ਕਹਿੰਦਾ ਛੱਡ ਦੇਣੀ ਚਾਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ ਛੱਡਣੀ ਚਾਹੀਦੀ, ਉਹ ਘੇਰਾ ਲੰਮਾ ਹੋ ਗਿਆ ਸੀ। ਇਹ ਵੀ ਘੇਰਾ ਤਕਰੀਬਨ 8-9 ਮਹੀਨੇ ਦਾ ਹੈ ਤੇ ਇੰਨੇ ਲੰਮੇ ਸਮੇਂ ਵਿੱਚ ਤੁਸੀਂ ਕਹਿ ਲਓ ਖਾਣ ਨੂੰ ਕੁਝ ਨਹੀਂ ਹੈ। ਤੇ ਸਿੱਖ ਜਿਹੜੇ ਸਨ ਉਹ ਦਰਖਤਾਂ ਦੇ ਪੱਤੇ, ਕੁਝ ਵਿਦਵਾਨ ਕਹਿੰਦੇ ਉਹ ਪੱਤਿਆਂ ਨੂੰ ਫਿਰ ਜਾਂ ਟਾਹਣੀਆਂ ਨੂੰ ਬੜੇ ਜਿਹੜਾ ਬਰੀਕ ਕਰਕੇ ਉਹਦਾ ਨਿਚੋੜ ਕੇ ਪਾਣੀ ਕੱਢ ਕੇ ਇਹ ਆਪਣੇ ਮੂੰਹ 'ਚ ਪਾਉਂਦੇ ਸਨ। ਪੱਤੇ ਵੀ ਖਾਂਦੇ ਸਨ ਕਿਉਂਕਿ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪੇਟ ਨੂੰ ਕੁਝ ਨਾ ਕੋਈ ਤੇ ਚਾਹੀਦਾ ਸੀ ਬਚਾਅ ਵਾਸਤੇ, ਉਹ ਇਹ ਕੁਝ ਖਾ ਰਹੇ ਸਨ। ਬਾਬਾ ਬਨੋਦ ਸਿੰਘ ਕਹਿੰਦੇ ਸੀ ਵੀ ਕਿਲਾ ਛੱਡ ਦੇਣਾ ਚਾਹੀਦਾ, ਬਾਬਾ ਬੰਦਾ ਸਿੰਘ ਕਹਿੰਦੇ ਸੀ ਨਹੀਂ ਛੱਡਣਾ ਚਾਹੀਦਾ। ਦੋਨਾਂ ਜਰਨੈਲਾਂ ਦਾ ਤਕਰਾਰ ਵਧਦਿਆਂ ਗੱਲ ਆ ਗਈ ਵੀ ਸ਼੍ਰੀ ਸਾਹਿਬ ਮਿਆਨ ਚੋਂ ਬਾਹਰ ਨਿਕਲ ਆਏ ਦੋਨਾਂ ਦੇ। ਹੁਣ ਉੱਥੇ ਫਿਰ ਇੱਕ ਬਾਬਾ ਕਾਹਨ ਸਿੰਘ, ਇਹ ਬਾਬਾ ਬਨੋਦ ਸਿੰਘ ਦਾ ਪੁੱਤਰ ਹੈ, ਕਿੱਡਾ ਉਹ ਇਉਂ ਕਹ ਲਓ ਦੂਰ ਅੰਦੇਸ਼ੀ ਵਾਲਾ ਸਿੱਖ ਸੀ। ਉਹਨੇ ਦੋਨਾਂ ਜਰਨੈਲਾਂ ਨੂੰ ਫੜਿਆ ਬਾਹੋਂ ਤੋਂ, ਉਹਨੇ ਕਿਹਾ ਕੀ ਕਰਨ ਲੱਗੇ ਹੋ, ਇਸ ਵੇਲੇ ਦੁਸ਼ਮਣ ਦਾ ਬਾਹਰ ਘੇਰਾ ਹੈ, ਤੁਸੀਂ ਦੋਨੋਂ ਜਾਣੇ ਆਪਣੀਆਂ ਕੁਰਬਾਨਾਂ ਕਰ ਰਹੇ ਹੋ ਤੇ ਦੋਨੋਂ ਹੀ ਕੌਮ ਦੇ ਜਰਨੈਲ ਜੇ, ਉਹ ਤੁਹਾਡਾ ਤੇ ਕੰਮ ਹੈ ਕੌਮ ਦੀ ਅਗਵਾਈ ਕਰਨੀ। ਹੁਣ ਕਰਨ ਕੀ ਲੱਗੇ ਹੋ, ਜੇ ਝਗੜਾ ਹੀ ਨਿਬੇੜਨਾ, ਗੱਲ ਸਿਰਫ ਇੰਨੀ ਹੈ ਨਾ, ਇੱਕ ਕਹਿੰਦਾ ਗੜੀ ਛੱਡਣੀ, ਦੂਜਾ ਕਹਿੰਦਾ ਨਹੀਂ ਛੱਡਣੀ। ਤੇ ਬਾਬਾ ਕਾਹਨ ਸਿੰਘ ਨੇ ਵਿੱਚ ਪੈ ਕੇ ਸਮਝੌਤਾ ਕਰ ਲਿਆ, ਉਹਨੇ ਪਿਤਾ ਦਾ ਪੱਖ ਨਹੀਂ ਪੂਰਿਆ। ਉਹਨੇ ਕਿਹਾ ਜਿਹੜਾ ਜਾਣਾ ਚਾਹੁੰਦਾ ਚਲਿਆ ਜਾਵੇ, ਜਿਹੜਾ ਰਹਿਣਾ ਚਾਹੁੰਦਾ ਰਵੇ। ਤੇ ਬਾਬਾ ਕਾਹਨ ਸਿੰਘ ਖੁਦ ਰਹੇ ਸਨ, ਪਿਤਾ ਨਾਲ ਬਾਹਰ ਨਹੀਂ ਗਏ। ਅੱਜ ਕੌਮ ਦੀ ਦੁਰਦਸ਼ਾ ਕਿਉਂ ਹੋ ਰਹੀ ਹੈ? ਅਸੀਂ ਕਹਿੰਦੇ ਜਥੇਦਾਰ ਬੋਲਦਾ ਨਹੀਂ ਕੁਝ ਵੀ, ਕੀ ਬੋਲੇ ਉਹ ਵਿਚਾਰਾ। ਜਿੱਦਣ ਬੋਲੇਗਾ ਅਗਲੇ ਦਿਨ ਇਹ ਜਹਾਜ਼ 'ਚ ਬੈਠਾ ਹੁੰਦਾ, ਨਾ ਜਹਾਜ਼ ਉਤਰਨ ਤੋਂ ਪਹਿਲਾਂ ਦੂਜੇ ਨੂੰ ਬਣਾ ਕੇ ਉਹਨੂੰ ਕਿਹਾ ਤੂੰ ਘਰ ਨੂੰ ਜਾ। ਮੈਂ ਤਾਂ ਕਹਿ ਰਿਹਾ ਅਸੀਂ ਸਾਡੀ ਬਦਕਿਸਮਤੀ ਹੈ ਕੌਮ ਦੀ ਕਿ ਅੱਜ ਕੌਮ ਦੇ ਅੰਦਰ ਅਸੀਂ ਗੱਲ ਕਰਦੇ ਯੁਰਤ ਹੋਣੀ ਚਾਹੀਦੀ ਹੈ, ਬੰਦਾ ਬੋਲਣ ਵਾਲਾ ਯੁਰਤ ਵਾਲਾ ਹੋਣਾ ਚਾਹੀਦਾ, ਉੱਤੇ ਦਬਾਅ ਨਹੀਂ ਕੋਈ ਹੋਣਾ ਚਾਹੀਦਾ। ਇਹ ਸਾਰੀਆਂ ਜਗ੍ਹਾ ਤੇ ਵਾਪਰਦਾ ਹੈ, ਬਹੁਤ ਘੱਟ ਜਗ੍ਹਾ ਜਿੱਥੇ ਕੋਈ ਨਾ ਵਾਪਰਦਾ ਹੋਵੇ। ਨਹੀਂ ਤੇ ਹਰ ਬੰਦਾ ਕਹਿੰਦਾ ਤੁਸੀਂ ਆਪਣਾ ਟਾਈਮ ਕੱਢੋ, ਕੀ ਲੈਣਾ ਬਸ ਇਸ ਗੱਲ ਦੇ ਵਿੱਚੋਂ। ਹੁਣ ਜਦੋਂ ਮੈਂ ਸਿਰਫ ਗੱਲ ਕਰਨ ਲੱਗਾ, ਕੋਈ ਸਮਾਂ ਸੀ ਅਕਾਲ ਤਖਤ ਸਾਹਿਬ ਤੇ ਬੈਠਾ ਬਾਬਾ ਅਕਾਲੀ ਫੂਲਾ ਸਿੰਘ ਕਹਿੰਦਾ ਸੀ, ਉਹ ਰਣਜੀਤ ਸਿਆਂ ਤੂੰ ਮੋਰਾਂ ਦਾ ਨਾਚ ਵੇਖਿਆ ਹੈ, ਤੂੰ ਸਿੱਖ ਹੈ ਤੇ ਦੂਸਰੇ ਬੰਨੇ ਆਪਣਾ ਦਾੜਾ ਰੰਗਦਾ ਹੈ, ਇੱਥੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ, ਤੇਰੀ ਅਰਦਾਸ ਹੁੰਦੀ ਹੈ ਵੀ ਕੌਮ ਦੀ ਚੜ੍ਹਦੀ ਕਲਾ ਦੀ, ਖਾਲਸੇ ਦੇ ਰਾਜ ਦੀ ਅਰਦਾਸ ਹੁੰਦੀ ਹੈ, ਤੇਰੀ ਦੇਗ ਆ ਕੇ ਰੋਜ਼ ਪ੍ਰਵਾਨ ਚੜ੍ਹਦੀ ਹੈ, ਇੱਥੇ ਪਹੁੰਚ। ਤੇ ਅਕਾਲੀ ਫੂਲਾ ਸਿੰਘ ਨੂੰ ਪਤਾ ਕੀ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਨੇ, ਚਲੋ ਮੈਂ ਥੋੜਾ ਜਿਹਾ ਵਿੱਚੋਂ ਨਿਕਲਿਆ, ਗੱਲ ਚਲੋ ਵੀ ਇਤਿਹਾਸ ਦੀ ਹੈ। ਉਹਨੇ ਕਿਹਾ ਸੀ ਇਸ ਗ੍ਰੰਥੀ ਨੂੰ ਪੁੱਛੋ ਵੀ ਇਹ ਮੈਨੂੰ ਕੌਣ ਹੁੰਦਾ ਸੱਦਣ ਵਾਲਾ। ਇਹ ਉਦੋਂ ਵੀ ਚੱਲੀ ਗੱਲ। ਅਕਾਲੀ ਫੂਲਾ ਸਿੰਘ ਦੇ ਕੋਲੇ ਗੱਲ ਪਹੁੰਚੀ, ਉਹਨੇ ਕਿਹਾ ਕੋਈ ਨਹੀਂ ਇਹਦਾ ਮੈਂ ਕੱਲ ਜਵਾਬ ਦਿਆਂਗਾ, ਗ੍ਰੰਥੀ ਕੀ ਹੁੰਦਾ ਭਲਾ। ਉਹਨੇ 3 ਹੁਕਮਨਾਮੇ ਕੱਢੇ। ਫਿਰ ਹੁਕਮਨਾਮੇ ਕਹਿ ਲਓ, ਗੁਰਮਤੇ ਕਹਿ ਲਓ। ਪਹਿਲਾ ਇਹ ਵੀ ਰਣਜੀਤ ਸਿੰਘ ਨੂੰ ਕੋਈ ਫਤਿਹ ਨਾ ਬੁਲਾਵੇ, ਦੂਸਰਾ ਇਹ ਕਿ ਇਹਦੀ ਦੇਗ ਪ੍ਰਵਾਨ ਨਾ ਹੋਵੇ, ਤੀਸਰਾ ਇਹ ਵੀ ਚੜ੍ਹਦੀ ਕਲਾ ਦੀ ਅਰਦਾਸ ਨਾ ਹੋਵੇ। 3 ਗੁਰਮਤੇ ਕਰਕੇ। ਤੇ ਕਿੰਨੀ ਕੁ ਉਦੋਂ ਅੱਜ ਵਰਗਾ ਤੇ ਮੀਡੀਆ ਨਹੀਂ ਸੀ ਨਾ, ਇਹਦਾ ਮਤਲਬ ਰਾਤੋਂ ਰਾਤ ਬਾਬਾ ਅਕਾਲੀ ਫੂਲਾ ਸਿੰਘ ਨੇ ਕਿੰਨਿਆਂ ਕੁ ਸਿੱਖਾਂ ਦੀ ਡਿਊਟੀ ਲਾਈ ਹੋਏਗੀ ਜਿਹੜੇ ਥਾਂ ਤੇ ਪਹੁੰਚ ਗਏ। ਤੇ ਰਣਜੀਤ ਸਿੰਘ ਜਦੋਂ ਬਾਹਰ ਨਿਕਲਦਾ ਆਪਣੇ ਤੰਬੂ ਚੋਂ ਤੇ ਪਹਿਰੇਦਾਰ ਨੂੰ ਫਤਿਹ ਨੂੰ ਬਣਾਉਂਦਾ, ਪਿੱਠ ਕਰ ਲੈਂਦਾ ਉਹਦੇ ਵੱਲੇ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਮੇਰਾ ਪਹਿਰੇਦਾਰ ਤੇ ਮੇਰੇ ਵੱਲੇ ਪਿੱਠ ਕਰੇ। ਇੰਨੇ ਚਿਰ ਨੂੰ ਸਿਣਿਆ ਮਿਲ ਗਿਆ, ਤੇਰੀ ਅਰਦਾਸ ਨਹੀਂ ਹੋਈ ਦਰਬਾਰ ਸਾਹਿਬ ਕੜਾ ਪ੍ਰਸ਼ਾਦ ਦੀ। ਤੀਸਰੇ ਨੇ ਕਿਹਾ ਚੜ੍ਹਦੀ ਕਲਾ ਰਾਜ ਦੀ ਵੀ ਨਹੀਂ ਅਰਦਾਸ ਹੋਈ। ਉਹਨੇ ਕਿਹਾ ਹੋਇਆ ਕੀ? ਕਿਸੇ ਸਿਆਣੇ ਨੇ ਦੱਸਿਆ ਉਹ ਕੁਝ ਹੋਇਆ ਜਿਹਨੂੰ ਤੂੰ ਕਹਿੰਦਾ ਸਾਹਿਬ ਗ੍ਰੰਥੀ ਕੀ ਕਰ ਲੂਗਾ, ਉੱਥੇ ਚੱਲ ਫਿਰ ਦੱਸੂਗਾ ਤੈਨੂੰ ਕੀ ਕਰਨਾ ਉਹਨੇ। ਮੈਂ ਕਹਿੰਦਾ ਫਿਰ ਵੀ ਉਹਦਾ 'ਚ ਗੁਣ ਤਾਂ ਸੀ ਨਾ, ਚਲੋ ਬੰਦੇ ਦੀ ਔਗਣ ਤੇ ਗੁਣ ਵੀ ਲੈ ਲਓ ਨਾ। ਇਹ ਗਲ 'ਚ ਪੱਲਾ ਪਾ ਕੇ ਪਹੁੰਚ ਗਿਆ ਅਕਾਲ ਤਖਤ ਸਾਹਿਬ ਤੇ। ਇਹਨੇ ਅਕਾਲੀ ਫੂਲਾ ਸਿੰਘ ਨੂੰ ਕਿਹਾ ਵੀ ਮੇਰੇ ਤੋਂ ਭੁੱਲ ਹੋ ਗਈ। ਮੈਂ ਕਹਿੰਦਾ ਚਲੋ ਇਹ ਉਹਦਾ ਗੁਣ ਵੀ ਤਾਂ ਲੈ ਲਓ ਨਾ। ਉਹਨੇ ਕਿਹਾ ਮੇਰੇ ਤੋਂ ਭੁੱਲ ਹੋ ਗਈ। ਉਹਨੇ ਕਿਹਾ ਫਿਰ ਤੇ ਤੋਂ ਭੁੱਲ ਹੋਈ ਤੇ ਸਜ਼ਾ ਮਿਲੇਗੀ, ਤੈਨੂੰ ਕੋਰੜੇ ਪੈਣਗੇ, ਕੋਰੜ ਤਾਂ ਬਾਅਦ ਸ਼ਮਕਾਂ ਪੈਣਗੀਆਂ। ਕਹਿੰਦੇ ਨੇ ਵੀ ਰਣਜੀਤ ਸਿੰਘ ਜਿਹੜਾ ਸੀ ਉਹਨੇ ਲਾਚੀ ਬਿਰਜ ਨੂੰ ਕਹਿੰਦੇ ਆ, ਉਹਦੇ ਨਾਲ ਜਾ ਕੇ ਤੇ ਜਿਹੜੀ ਆਪਣੀਆਂ ਪਿਛਲੀਆਂ ਬਾਹਾਂ ਸੀ ਐਂ ਉਹਨੂੰ ਬੇਰੀ ਨੂੰ ਪਾ ਲਈਆਂ ਪਿਛਲੇ ਬੰਨਿਓ ਤੇ ਖਲੋ ਗਿਆ। ਕਹਿੰਦਾ ਜੀ ਮਾਰੋ ਮੇਰੇ ਸ਼ਮਕਾਂ। ਫਿਰ ਜਿਹੜੇ ਸਿੱਖ ਸੀ ਐਡਾ ਸਿੱਖ ਪੱਥਰ ਦਿਲ ਵੀ ਨਹੀਂ ਹੁੰਦੇ, ਸਿੱਖ ਐਡੇ ਨਰਮ ਸੀ। ਉਹਨੇ ਬਾਬਾ ਕਾਲੀ ਫੂਲਾ ਸਿੰਘ ਨੇ ਕਿਹਾ ਵੱਜ ਗਏ ਕੋਰੜੇ। ਸੱਚੀ ਮੁੱਚੀ ਮਾਰਨ ਦੀ ਗੱਲ ਨਹੀਂ ਸੀ, ਉਹਨੇ ਕਿਹਾ ਵੱਜ ਗਏ। ਜਦੋਂ ਕਹਿ ਦਿੱਤਾ ਆ ਕੇ ਵੀ ਮਾਰ ਲਓ,
ਅਕਾਲੀ ਫੂਲਾ ਸਿੰਘ ਨੇ ਕਿਹਾ ਵੀ ਇੰਨੀ ਬਹੁਤ ਹੈ, ਇਹਨੇ ਆ ਕੇ ਆਪਣੀ ਭੁੱਲ ਬਖਸ਼ਾ ਲਈ। ਜੇ ਅੱਜ ਵਾਲੇ ਵੀ ਕਿਤੇ ਸਾਡੇ ਲੀਡਰ ਜਾ ਕੇ ਇੰਨੀ ਗੱਲ ਕਹਿ ਦੇਣਗਾ ਭਲਾ ਕਿੰਨੀ ਕੁ ਵੱਡੀ ਗੱਲ ਹੈ, ਤੇ ਕੌਮ ਉਹਨਾਂ ਦਾ ਅੱਜ ਵੀ ਹੱਥਾਂ 'ਤੇ ਚੁੱਕ ਸਕਦੀ ਹੈ ਵੀ ਸਾਡੇ ਤੋਂ ਭੁੱਲਾਂ ਹੋ ਗਈਆਂ ਨੇ, ਅਸੀਂ ਰਾਜ ਭਾਗ ਲਈ ਸਭ ਕੁਝ ਕਰ ਬੈਠੇ ਹਾਂ, ਭੁੱਲਾਂ ਹੋ ਗਈਆਂ, ਗੁਰੂ ਗ੍ਰੰਥ ਸਾਹਿਬ ਦੀ ਹੋ ਗਈ ਬੇਅਦਬੀ, ਹੁਣ ਤਾਂ ਖਹਿੜਾ ਛੱਡ ਦਿਓ ਸਾਨੂੰ ਹੋ ਸਕਦਾ ਹੈ। ਪਰ ਕਿੱਥੇ ਅਜੇ ਹਉਮੈ ਹੰਕਾਰ ਉਸੇ ਤਰ੍ਹਾਂ ਚੱਲਦੀ ਪਈ ਹੈ ਨਾ, ਮੰਨਣ ਨੂੰ ਤਿਆਰ ਨਹੀਂ। ਮੈਂ ਬੇਨਤੀ ਕਰ ਰਿਹਾ ਵੀ ਉਹ ਜਿਹਾ ਮਰਦ ਸੂਰਮਾ ਜਿਹਨੇ ਰਣਜੀਤ ਸਿੰਘ ਨੂੰ ਵੀ ਝੁਕਾ ਕੇ ਰੱਖ ਦਿੱਤਾ, ਇਹੋ ਜਿਹੇ ਜਰਨੈਲਾਂ ਦੀ ਗੱਲ, ਉਹਨਾਂ ਵਰਗਾ ਜੀਵਨ ਅੱਗੇ ਵੀ ਵਾਪਰਦਾ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਉਹਨੇ ਕਿਹਾ ਜਿੰਨੇ ਜਾਣਾ ਚਲਿਆ ਜੇ, ਜਿੰਨੇ ਰਹਿਣਾ ਰਹਿ ਪਵੇ। ਬਾਬਾ ਬਲੋਚ ਸਿੰਘ ਚਲੇ ਗਏ ਤੇ ਬਾਬਾ ਕਾਹਨ ਸਿੰਘ ਜਿਹੜੇ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਗੜੀ ਚ ਨੇ। ਘੇਰਾ ਲੰਮਾ ਹੋ ਗਿਆ, ਆਖਰਕਾਰ ਦੁਸ਼ਮਣ ਨੇ ਹਮਲਾ ਕੀਤਾ ਜ਼ਬਰਦਸਤ, ਇਹ ਸਾਰੇ ਅੰਦਰ ਚਲੇ ਗਏ ਕਿਉਂਕਿ ਸਰੀਰ ਨਿਢਾਲ ਹੋ ਚੁੱਕੇ ਸਨ। ਜਾ ਕੇ ਫਿਰ ਉਹਨਾਂ ਨੇ ਹੱਥੋਂ ਹੱਥੀ ਫੜ ਲਿਆ ਸਿੰਘਾਂ ਨੂੰ। ਜਿਹੜੇ ਫੜੇ ਗਏ ਸਿੰਘ ਤੇ ਲਾਹੌਰ ਲਿਆਉਣ ਤੱਕ ਉਹਨਾਂ ਦੀ ਗਿਣਤੀ ਲਿਖੀ ਹੈ। ਉਸ ਟਾਈਮ ਤੇ ਜਿਹੜੇ ਮੌਜੂਦ ਸਨ ਨਾ ਲਿਖਾਰੀ, ਭਾਵੇਂ ਕਿ ਉਹ ਫਾਰਸੀ ਲਿਖਣ ਵਾਲੇ, ਉਹਨਾਂ ਦਾ ਤਰਜਮਾ ਕੀਤਾ ਉਹ ਪੰਜਾਬੀ ਦੇ ਵਿੱਚ, ਮੈਂ ਉਹ ਲਿਖਤ ਕਹਿ ਰਿਹਾ। ਪ੍ਰਿੰਸੀਪਲ ਗੰਡਾ ਸਿੰਘ ਜੀ ਹੋਣਾ, ਤੇਜਾ ਸਿੰਘ ਜੀ ਹੋਣਾ, ਸਾਰਾ ਇਤਿਹਾਸ ਲਿਖਿਆ ਉਹਨਾਂ ਫਾਰਸੀ ਤੋਂ ਅਨੁਵਾਦ ਕਰਕੇ ਪੰਜਾਬੀ ਦੇ ਵਿੱਚ ਸਭ ਕੁਝ ਦੇ ਦਿੱਤਾ ਹੈ। ਉਹ ਕਹਿੰਦੇ ਨੇ ਵੀ 740 ਕੈਦੀ ਸਨ, ਗਿਣਤੀ ਦੇਖਿਓ 740 ਕੈਦੀ ਸਨ। 2000 ਸਿੰਘਾਂ ਦੇ ਸਿਰ ਜਿਹੜੇ ਸੀ ਨੇਜਿਆਂ ਤੇ ਟੰਗੇ ਹੋਏ ਸਨ, ਕੱਲੇ ਸਿਰ 2000, ਤੇ 700 ਗੱਡਾ ਸੀ ਜਿਹੜਾ ਸਿੰਘਾਂ ਦੇ ਸਿਰਾਂ ਦੇ ਨਾਲ ਲੱਦਿਆ ਗਿਆ ਸੀ। ਤੁਸੀਂ ਗਿਣਤੀ ਦੇਖੋ ਹੁਣ, 740 ਕੈਦੀ ਨੇ, 2000 ਸਿੰਘਾਂ ਦੇ ਸਿਰ ਨੇ, ਤੇ 700 ਗੱਡਾ ਹੈ ਜਿਹੜਾ ਉਹ ਸਿੰਘਾਂ ਦੇ ਸਿਰਾਂ ਨਾਲ ਲੱਦਿਆ ਪਿਆ ਹੈ। ਇਹ ਲੈ ਕੇ ਆ ਰਹੇ ਨੇ ਲਾਹੌਰ ਨੂੰ। ਇਹਨਾਂ ਨੇ ਕੀ ਕੀਤਾ ਵੀ ਇੱਕ ਬਿੱਲੀ ਮਾਰ ਕੇ ਨਾ ਨੇਜੇ ਉੱਤੇ ਟੰਗੀ ਹੈ, ਤੇ ਵਿਦਵਾਨ ਕਹਿੰਦੇ ਉਸ ਬਿੱਲੀ ਮਾਰਨ ਦਾ ਮਤਲਬ ਇਹ ਸੀ ਲੋਕਾਂ ਨੂੰ ਦੱਸਣਾ, ਦਹਿਸ਼ਤ ਪੈਦਾ ਕਰਨੀ। ਤੁਸੀਂ ਕਹਿੰਦੇ ਹੋ ਵੀ ਸਿੱਖਾਂ ਦੇ ਤੇ ਘਰਾਂ ਵਿੱਚ ਬਿੱਲੀ ਵੀ ਲੱਭੇਗੀ, ਤੁਹਾਨੂੰ ਸਿੱਖ ਤਾਂ ਲੱਭਣਾ ਕਿਤੇ ਰਿਹਾ ਨਾ, ਇਹਦਾ ਮਤਲਬ ਇਹ ਸੀ। ਲਾਹੌਰ ਲਿਆਂਦਾ, ਲਾਹੌਰ ਤੋਂ ਬਾਅਦ ਇਹ ਕਾਫਲਾ ਦਿੱਲੀ ਪਹੁੰਚਾਇਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ, ਤੇ ਉਹ ਪਿੰਜਰਾ ਹਾਥੀ ਦੇ ਉੱਤੇ ਹੈ, ਤੇ ਹਾਥੀ ਨੂੰ ਸਮੇਤ ਪਿੰਜਰੇ ਇੱਕ ਲੋਹੇ ਦਾ ਸੰਗਲ ਪਾਇਆ ਹੋਇਆ ਹੈ। ਇੰਨੀ ਦਹਿਸ਼ਤ ਸੀ ਉਸ ਬਾਬੇ ਦੀ, ਇੰਨੇ ਡਰਦੇ ਸਨ। ਵੇਖੋ ਪਿੰਜਰੇ 'ਚ ਪਿੰਜਰਾ ਹਾਥੀ ਤੇ ਪਿੰਜਰੇ ਨੂੰ ਜਿਹੜਾ ਸੀ ਉਹ ਸੰਗਲ ਮਾਰਿਆ ਹੋਇਆ। ਤੇ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਹੈ, ਉਹ ਕਹਿੰਦਾ ਇੱਕ ਆਦਮੀ ਨੇ ਆਪਣੇ ਆਪ ਨੂੰ ਵੀ ਸੰਗਲ ਨਾਲ ਬੰਨਿਆ ਹੋਇਆ ਸੀ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹਦੇ ਹੱਥ ਵਿੱਚ ਕਟਾਰ ਸੀ, ਖੰਜਰ ਕਹਿ ਲਓ, ਉਹਦੇ ਹੱਥ ਵਿੱਚ ਸੀ ਵੀ ਜੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਇੱਧਰ ਹੋਣ ਲੱਗੇ, ਉਹ ਨਾਲ ਦਾ ਬੰਦਾ ਬੈਠਾ ਉਹਦੇ ਉਸੇ ਵੇਲੇ ਖੰਜਰ ਮਾਰ ਦੇਵੇ। ਇੱਕ ਵਿਦਵਾਨ ਇਹ ਵੀ ਲਿਖਦਾ ਹੈ। ਖੈਰ ਇਹ ਸਾਰਾ ਕੁਝ ਹੋ ਸਕਦਾ ਹੈ। ਇਹ ਕਾਫਲਾ ਸਾਧ ਸੰਗਤ ਜੀ ਦਿੱਲੀ ਪਹੁੰਚਦਾ ਹੈ। ਹੁਣ ਦਿੱਲੀ ਜਦੋਂ ਇਹ ਕਾਫਲਾ ਆ ਜਾਂਦਾ ਹੈ, ਫਰਖਸ਼ੀਅਰ ਉਸ ਵੇਲੇ ਉਹਦਾ ਰਾਜ ਹੈ। ਇਹ ਫਿਰ ਜਿਹੜਾ ਸਿੰਘਾਂ ਦੀ ਸ਼ਹਾਦਤ ਹੋਣ ਲੱਗੀ, ਇਹ ਸੰਨ 1716 ਦਾ ਮੈਂ ਜ਼ਿਕਰ ਕਰ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ 3 ਮਹੀਨੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਇਹ ਨੇ, ਜਦੋਂ ਇਹ ਕਾਫਲਾ ਸਾਰਾ ਦਿੱਲੀ ਚਲਿਆ ਗਿਆ ਤੇ 100 ਸਿੰਘ ਰੋਜ਼ ਸ਼ਹੀਦ ਕੀਤਾ ਜਾਂਦਾ ਸੀ। 100 ਸਿੰਘ ਨੂੰ ਰੋਜ਼ ਸ਼ਹੀਦ ਕੀਤਾ ਜਾਂਦਾ ਸੀ। ਤੇ ਜਿਹੜੇ ਕਾਤਲ ਸਨ, ਜਿਹੜੇ ਜਲਾਦ ਸਨ, ਉਹਨਾਂ ਵਾਸਤੇ ਸਿੰਘ ਲਫ਼ਜ਼ ਵਰਤੇ ਸੀ ਮੁਕਤੀ ਦਾਤਾ। ਮੈਂ ਹੁਣ ਉੱਥੇ ਆਉਣ ਲੱਗਾ ਜਿਹੜੇ ਆਪਾਂ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ। ਹੁਣ ਕੁਝ ਮੈਂ ਮੌਤ ਦੇ ਸੰਬੰਧੀ, ਮਰਨ ਦੇ ਸੰਬੰਧੀ ਬੇਨਤੀਆਂ ਕਰਨ ਲੱਗਾ ਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਚਿੰਤਾ ਕਿਹੜੀ ਗੱਲ ਦੀ ਕਰਦੇ ਹੋ, ਚਿੰਤਾ ਨਾ ਕਰੋ, ਅਨਹੋਣੀ ਨਹੀਂ ਹੁੰਦੀ, ਮੌਤ ਹੋਣੀ ਹੀ ਹੋਣੀ ਹੈ, ਵਾਪਰਨੀ। ਇਹ ਗੱਲਾਂ ਉਹਨਾਂ ਨੂੰ ਸਾਰੀਆਂ ਪਤਾ ਸੀ ਗੁਰੂ ਕੇ ਸਿੱਖਾਂ ਨੂੰ। ਉਹ ਜਾਣਦੇ ਸਨ ਵੀ ਇੱਕ ਦਿਨ ਠੀਕਰਾ ਭੱਜ ਜਾਣਾ ਹੈ। ਸਾਧ ਸੰਗਤ ਜੀ ਫਿਰ ਉਹ ਕੱਲਾ ਜਾਂਦਾ ਹੈ। ਜਿਹੜੀ ਕਤਾਰ ਬਣੀ ਸੀ ਉਹ ਕਤਾਰ ਦੇ ਵਿੱਚ ਉਹ ਕਹਿੰਦੇ ਵੀ 100 ਸਿੰਘ ਖੜ ਜਾਂਦਾ ਹੈ। ਜਲਾਦ ਆਉਂਦਾ ਹੈ, ਉਹ ਇੱਕ ਲੱਕੜ ਦੇ ਉੱਤੇ ਉਹਨਾਂ ਦਾ ਸਿਰ ਇਉਂ ਕਰਕੇ ਰਖਾਉਂਦਾ ਹੈ ਤੇ ਪਿੱਛੋਂ ਜ਼ੋਰ ਦੇ ਨਾਲ ਉਹ ਸਿਰ ਦੇ ਉੱਤੇ, ਉਹ ਕਹ ਲਓ ਧੌਣ ਦੇ ਉੱਤੇ ਕੋਈ ਟੋਕਾ ਚਲਾਉਂਦਾ, ਜਿਹਦੇ ਨਾਲ ਜਿਹੜਾ ਧੜ ਹੈ ਉਹ ਇੱਕ ਬੰਨੇ ਡਿੱਗ ਪੈਂਦਾ ਤੇ ਸਿਰ ਇੱਕ ਬੰਨੇ ਡਿੱਗ ਪੈਂਦਾ ਹੈ। ਤੁਸੀਂ ਵੇਖੋ, ਮੈਂ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ। ਜੇ ਆਪਣੀ ਸੁਰਤ ਨੂੰ ਅਸੀਂ ਉਸ ਜਗ੍ਹਾ ਤੇ ਲਿਜਾ ਕੇ ਦੇਖੀਏਗਾ ਭਲਾ ਵੀ ਰੋਜ਼ ਦੇ ਰੋਜ਼ 100 ਸਿੰਘ ਹੈ ਤੇ ਉਹਦੀ ਰੋਜ਼ ਦੇ ਰੋਜ਼ ਸ਼ਹਾਦਤ ਹੋ ਰਹੀ ਹੈ। ਇੱਕ ਸ਼ਹੀਦ ਹੋਇਆ, ਦੂਜਾ ਹੋ ਰਿਹਾ। ਹੁਣ 100 ਬੰਦਾ ਛੋਟੀ ਜੀ ਗੱਲ ਨਹੀਂ ਹੁੰਦੀ। 100 ਦਾ ਧੜ ਵੇਖੋ ਡਿੱਗਾ ਪਿਆ ਤੇ 100 ਦੇ ਸਿਰ ਵੇਖੋ ਡਿੱਗੇ ਪਏ। ਅਗਲੇ ਦਿਨ ਫਿਰ 100 ਦਾ ਧੜ ਤੇ 100 ਦੇ ਸਿਰ ਦੇਖੋ। ਮੈਂ ਕਹਿੰਦਾ ਕਿੰਨੀ ਕੁ ਚੜ੍ਹਦੀ ਕਲਾ ਵਾਲੇ ਸਿੱਖ ਸੀ ਜਿਨ੍ਹਾਂ ਦਾ ਇਹੋ ਜਿਹਾ ਜੀਵਨ ਸੀ ਵੀ ਸਭ ਕੁਝ ਅੱਖੀ ਵੇਖ ਕੇ ਵੀ ਉਹ ਫਿਰ ਵੀ ਪਰਮਾਤਮਾ ਵਾਹਿਗੁਰੂ ਦੇ ਗੀਤ ਗਾ ਰਹੇ ਸਨ। ਆਖਰ ਸਮਾਂ ਉਹ ਆ ਜਾਂਦਾ ਹੈ, ਇਹ ਸ਼ਹਾਦਤ। ਇਹਦੇ ਵਿੱਚ ਇੱਕ ਘਟਨਾ ਜਿਹੜੀ ਅਸੀਂ ਅਕਸਰ ਸੁਣਾਉਂਦੇ ਹਾਂ
ਉਹ ਸੀ ਕਿ ਇੱਕ ਹੋਣਹਾਰ ਬੱਚਾ ਜਿਹਨੂੰ ਫੜ ਕੇ ਲੈ ਜਾਂਦਾ, ਹਰ ਵਿਦਵਾਨ ਇਹਨੂੰ ਕੋਟ ਜ਼ਰੂਰ ਕਰਦਾ ਹੈ, ਕਿਉਂਕਿ ਇਹ ਗੱਲ ਹੀ ਇੰਨੀ ਵਿਲੱਖਣ ਹੈ, ਭਾਵੇਂ ਕਿ ਸਾਰਿਆਂ ਦੀ ਸ਼ਹਾਦਤ ਬੜੀ ਘੱਟ ਨਹੀਂ ਕਿਸੇ ਦੀ ਵੀ, ਪਰ ਇਹ ਗੱਲ ਇਸ ਕਰਕੇ ਸੁਣਾਈਦੀ ਹੈ ਵੀ ਏਡੀ ਵੱਡੀ ਕਿਰਪਾ ਉਸ ਵੇਲੇ ਵਰਤਦੀ ਸੀ ਗੁਰੂ ਕੇ ਸਿੱਖਾਂ ਵਿੱਚ। ਇਹ ਨੌਜਵਾਨ ਗੱਭਰੂ ਅਜੇ ਵਿਆਹ ਕੇ ਘਰੇ ਨਹੀਂ ਸੀ ਪਹੁੰਚਿਆ, ਡੋਲਾ ਇਹਦਾ ਰਸਤੇ 'ਚੋਂ ਫੜ ਲਿਆ ਸੀ। ਇਹਨੂੰ ਵੀ ਉਸ ਕਤਾਰ ਦੇ ਵਿੱਚ ਹੀ ਲਾ ਦਿੱਤਾ ਗਿਆ ਜਿਹਦੇ ਵਿੱਚ ਸ਼ਹੀਦ ਹੋਣ ਵਾਲੇ ਲੱਗੇ ਹੋਏ ਨੇ। ਇਹਦੀ ਮਾਂ ਚਲੇ ਗਈ ਫਰਕਸ਼ੀਅਰ ਦੇ ਕੋਲੇ, ਜਾ ਕੇ ਵਾਸਤਾ ਪਾਉਂਦੀ ਹੈ ਕਿ ਮੇਰਾ ਪੁੱਤਰ ਸਿੱਖ ਨਹੀਂ, ਇਹਨੂੰ ਛੱਡ ਦਿਓ। ਉਹ ਇੱਕ ਚਿੱਠੀ ਲੈ ਕੇ ਦਿੰਦਾ ਹੈ ਜਿੱਤੇ ਇਹ ਲਿਖਿਆ ਜਾਂਦਾ ਵੀ ਜੇ ਇਹਦਾ ਪੁੱਤ ਕਹਿ ਦੇ ਮੈਂ ਸਿੱਖ ਨਹੀਂ ਤੇ ਉਹਨੂੰ ਛੱਡ ਦਿੱਤਾ ਜਾਏ। ਉਹ ਜਲਾਦ ਕੋਲੇ ਲੈ ਕੇ ਜਾਂਦੀ ਹੈ ਚਿੱਠੀ। ਉਸ ਵੇਲੇ ਦੇ ਪੁੱਤਰ ਦੀ ਵਾਰੀ ਬਿਲਕੁਲ ਐਨ ਮੌਕੇ ਦੇ ਉੱਤੇ ਪਹੁੰਚਦੀ ਹੈ, ਜਦੋਂ ਉਹ ਸ਼ਹੀਦ ਹੋਣ ਵਾਲਾ ਸੀ ਤੇ ਉਹਦੇ ਐਨ ਮੌਕੇ ਤੇ ਪਹੁੰਚੀ, ਪੁੱਤਰ ਨੂੰ ਸਿਆਣ ਲਿਆ। ਉਸ ਵੇਲੇ ਜਲਾਦ ਨੂੰ ਕਹਿਣ ਲੱਗੀ ਕਿ ਫਰਕਸ਼ੀਅਰ ਦੀ ਮੈਂ ਚਿੱਠੀ ਲਿਆਈ ਹੈ, ਮੇਰੇ ਪੁੱਤਰ ਨੂੰ ਮਾਰਨਾ ਨਹੀਂ। ਉਹਨੇ ਚਿੱਠੀ ਵੇਖੀ, ਉਹਦੇ ਤੇ ਲਿਖਿਆ ਸੀ ਵੀ ਇਹਨੂੰ ਜੇ ਕਹਿ ਦੇ ਮੈਂ ਸਿੱਖ ਨਹੀਂ, ਛੱਡ ਦਿੱਤਾ ਜਾਏ। ਇਹ ਗੱਲ ਉਸ ਬੱਚੇ ਨੂੰ ਕਹੀ ਗਈ। ਮੈਂ ਬੱਚਾ ਜਦੋਂ ਸ਼ਬਦ ਵਰਤਿਆ 15-16 ਸਾਲ ਦਾ ਬਚਪਨਾ ਹੀ ਅਸੀਂ ਕਹਿ ਸਕਦੇ ਹਾਂ, ਪਰ ਉਹ ਬਾਬਿਆਂ ਵਾਲਾ ਕਾਰਨਾਮਾ ਕਰ ਰਿਹਾ ਹੋਵੇ। ਉਹਨੂੰ ਕਿਹਾ ਗਿਆ ਵੀ ਤੈਨੂੰ ਤੇਰੀ ਜਾਨ ਬਖਸ਼ੀ ਗਈ। ਕਹਿੰਦਾ ਕਿਉਂ? ਕਹਿੰਦੇ ਤੇਰੀ ਮਾਂ ਨੇ ਲਿਖ ਕੇ ਦਿੱਤਾ ਵੀ ਤੂੰ ਸਿੱਖ ਨਹੀਂ। ਮੈਂ ਕਹਿੰਦਾ ਕਿਹੋ ਜੀ ਸਪਿਰਟ ਉਹਨਾਂ ਦੇ ਅੰਦਰ ਸੀ, ਕਿਹੋ ਜੀ ਬਖਸ਼ਿਸ਼ ਉਹਨਾਂ ਦੇ ਅੰਦਰ ਸੀ। ਉਹਨੇ ਕਿਹਾ ਮੇਰੀ ਮਾਂ ਝੂਠ ਬੋਲਦੀ ਹੈ, ਇਹ ਮੇਰੀ ਮਾਂ ਹੀ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਉਹ ਸਿਆਣ ਨਹੀਂ ਰਿਹਾ। ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ, ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਮੈਨੂੰ ਸ਼ਹੀਦ ਕਰੋ ਮੇਰੇ ਭਰਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਮੇਰੇ ਵੀਰ ਮੈਨੂੰ ਡੀਕਦੇ ਪਏ। ਮੈਂ ਉਹਨਾਂ ਨਾਲ ਜਾ ਕੇ ਗੱਲ ਵੱਖਰੀ ਪਾਉਣੀ ਹੈ। ਕਿਹੋ ਜਿਹਾ ਜਜ਼ਬਾ ਸੀ ਉਸ ਵੇਲੇ ਸਿੱਖਾਂ ਦੇ ਅੰਦਰ, ਜਿਹੜੇ ਮੌਤ ਨੂੰ ਇੰਨਾ ਮਖੌਲ ਕਰਨ ਵਾਲੇ ਹੈ, ਮਖੌਲ ਕਰਦੇ ਪਏ ਨੇ। ਆਖਿਰਕਾਰ ਟੋਕਾ ਚੱਲਿਆ, ਉਹਦੀ ਵੀ ਸ਼ਹਾਦਤ ਹੋ ਜਾਂਦੀ ਹੈ। ਮੈਂ ਬੇਨਤੀ ਕਰ ਰਿਹਾ ਹੁਣ ਬਾਬਾ ਬੰਦਾ ਸਿੰਘ ਦੀ ਆਪਾਂ ਸ਼ਹਾਦਤ ਤੇ ਆਉਣਾ ਹੈ। 3 ਮਹੀਨੇ ਦਾ ਇਹ ਟਾਈਮ ਚੱਲਦਾ ਹੈ। ਇਹ 3 ਮਹੀਨੇ ਇਸ ਕਰਕੇ ਲਾਏ ਗਏ, ਇੱਕ ਤਾਂ ਇਹ ਸੀ ਵੀ ਜਿੱਥੇ ਜਿੱਥੇ ਬਗਾਵਤ ਹੋਏਗੀ ਉੱਥੋਂ ਫੜ ਕੇ ਲਿਆਂਦੇ ਜਾਣਗੇ ਤੇ ਉਹ ਵੀ ਮਾਰ ਦਿੱਤੇ ਜਾਣਗੇ, ਤਾਂ ਕਿ ਪਤਾ ਲੱਗ ਜਾਏ ਹੋਰ ਕਿੰਨੇ ਕੁ ਨੇ। ਇਹ ਟਾਈਮ ਲਾਉਣ ਦਾ ਮਤਲਬ ਸਿਰਫ ਇੰਨਾ ਸੀ। ਆਖਰ ਜੂਨ ਦਾ ਮਹੀਨਾ ਸਨ 1716 ਹੈ। ਇਹਨਾਂ ਨੂੰ ਫਿਰ ਦਿੱਲੀ ਦੀਆਂ ਗਲੀਆਂ 'ਚ ਫੇਰਨਾ ਸ਼ੁਰੂ ਕੀਤਾ। ਤਕਰੀਬਨ 26 ਕੁ ਜਾਣੇ ਸਨ, ਬਾਕੀ ਸ਼ਹੀਦ ਕਰ ਦਿੱਤੇ। ਇਹ 26 ਕੁ ਜਿਹੜੇ ਸਿੱਖ ਸੀ, ਇਹਨਾਂ ਨੂੰ ਦਿੱਲੀ ਦੀਆਂ ਗਲੀਆਂ 'ਚ ਫੇਰਿਆ। ਇਸ ਕਰਕੇ ਫੇਰਿਆ ਜਾ ਰਿਹਾ ਸੀ ਵੀ ਲੋਕਾਂ ਦੇ ਅੰਦਰ ਦਹਿਸ਼ਤ ਪੈਦਾ ਕੀਤੀ ਜਾਏ ਵੀ ਦੁਬਾਰਾ ਕੋਈ ਹਿੰਮਤ ਨਾ ਕਰੇ ਆਪਣੇ ਆਪ ਨੂੰ ਸਿੱਖ ਅਖਵਾਉਣ ਦੀ। ਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਢੰਡੋਰਾ ਦਿੱਤਾ ਗਿਆ, ਲੋਕ ਇਕੱਠੇ ਹੋਏ। ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਉਹਦੇ ਸਿੱਖ 26 ਸਿੱਖਾਂ ਦਾ ਜਲੂਸ ਸ਼ਬਦ ਚਲੋ ਵਰਤਿਆ ਜਾਂਦਾ ਹੈ ਕਿ ਇਹ ਕੱਢਿਆ ਜਾ ਰਿਹਾ ਹੈ। ਲੋਕ ਖੜੇ ਸੀ ਤੇ ਕੁਝ ਲੋਕਾਂ ਨੇ ਤਰਸ ਕੀਤਾ। ਇਹਨੂੰ ਕਹਿ ਲਓ ਕਈਆਂ ਦੇ ਅੰਦਰ, ਕਿਉਂਕਿ ਹਰ ਬੰਦਾ ਵੇਖੋ ਪੱਥਰ ਦਿਲ ਤੇ ਕੋਈ ਵੀ ਨਹੀਂ ਨਾ ਹੈਗਾ। ਲੋਕ ਇਹਨਾਂ ਨੂੰ ਇਹ ਕਹਿਣ ਲੱਗ ਪਏ ਵੀ ਤੁਹਾਨੂੰ ਜਾਨ ਪਿਆਰੀ ਨਹੀਂ, ਤੁਹਾਨੂੰ ਆਪਣੀ ਜਿੰਦ ਪਿਆਰੀ ਨਹੀਂ, ਇੰਨੇ ਤੁਸੀਂ ਮਰਵਾ ਲਏ ਨੇ, ਤੁਸੀਂ ਥੋੜੇ ਜਿਹੇ ਬਚਿਓ, ਤੁਹਾਨੂੰ ਇਹਨਾਂ ਮਾਰ ਦੇਣਾ ਹੈ, ਤੁਸੀਂ ਆਪਣੀ ਜਾਨ ਦੀ ਕਿਉਂ ਨਹੀਂ ਪਰਵਾਹ ਕਰਦੇ। ਇਹ ਜਿਹੜੇ ਉਸ ਮੌਕੇ ਤੇ ਲਿਖਾਰੀ ਨੇ ਨਾ, ਉਹ ਕਹਿੰਦੇ ਵੀ ਲੋਕ ਇਦਾਂ ਦੀਆਂ ਗੱਲਾਂ ਕਰਦੇ ਸਨ। ਜਦੋਂ ਲੋਕ ਇਹ ਗੱਲਾਂ ਕਰਦੇ ਸੀ ਉਸ ਕਾਫਲੇ ਨੂੰ, ਤੇ ਕਹਿੰਦੇ ਫਿਰ ਕਾਫਲਾ ਜਿਹੜਾ ਅੱਗੋਂ ਜਵਾਬ ਦਿੰਦਾ ਸੀ ਨਾ ਉਹਨਾਂ ਨੂੰ, ਉਹ ਸੁਣ ਕੇ ਹੈਰਾਨ ਹੋ ਜਾਂਦੇ ਸਨ। ਮੈਂ ਬੋਲਣ ਲੱਗਾ ਉਹ ਸ਼ਬਦ ਤੇ ਸਾਰੇ ਬੋਲਿਓ ਜੀ। ਕਿਹੋ ਜਿਹਾ ਜਜ਼ਬਾ ਸੀ। ਚਲੋ ਇਹ ਬਾਣੀ ਦੀਆਂ ਤੁਕਾਂ ਨਹੀਂ ਆ, ਸਿਰਫ ਇੱਕ ਧਾਰਨਾ ਦੇ ਰੂਪ ਵਿੱਚ ਹੀ ਹੈ, 4 ਸਤਰਾਂ ਤੇ ਬੋਲਿਓ ਸਾਰੇ ਜਾਣੇ। ਉਹ ਜਜ਼ਬਾ ਕਿਹੜਾ ਸੀ ਜਦੋਂ ਲੋਕ ਕਹਿੰਦੇ ਸੀ ਤੁਹਾਨੂੰ ਮੌਤ ਤੋਂ ਡਰ ਨਹੀਂ ਆਉਂਦਾ, ਤੁਸੀਂ ਡਰਦੇ ਕਿਉਂ ਨਹੀਂ, ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਮੌਤ ਤੋਂ ਭੈ ਤੇ ਡਰ ਨਹੀਂ ਦਿੰਦੀ। ਉਹ ਫਿਰ ਅੱਗੋਂ ਜਿਹੜੀ ਗੱਲ ਕਹਿ ਰਹੇ ਸਨ ਉਹ ਕਾਫਲਾ, ਉਹ ਵਿਦਵਾਨ ਕਹਿੰਦੇ ਫਿਰ ਉੱਚੀ ਉੱਚੀ ਉਹ ਜੋ ਬੋਲ ਰਹੇ ਸਨ, ਜਿਹੜੇ ਉਹਨਾਂ ਨੇ ਸ਼ਬਦ ਬੋਲੇ, ਆਪਾਂ ਵੀ ਬੋਲ ਕੇ ਵੇਖੀਏ। ਖਾਂ ਸਾਰੇ ਕਿਰਪਾ ਕਰਿਓ ਜੀ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਸਾਰੇ ਬੋਲੋ ਬੋਲੋ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ ਨਾ ਜਾਵੇ, ਸਿਰ ਜਾਵੇ ਤਾਂ
ਉਹਨਾਂ ਨੇ ਬੋਲ ਕੇ ਕਿਹਾ ਕਿ ਸਾਨੂੰ ਤੇ ਗੁਰੂ ਨੇ ਸਿਖਾਇਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੇ। ਸਾਨੂੰ ਸਾਰੇ ਗੁਰੂ ਨੇ ਸਿਖਾਇਆ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸੋ। ਵਿਦਵਾਨ ਕਹਿੰਦੇ ਇਸ ਤਰ੍ਹਾਂ ਬਾਣੀ ਦੀਆਂ ਤੁਕਾਂ ਪੜ੍ਹ ਰਹੇ ਸਾਨੂੰ। ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦਵਾਰ। ਚਲੋ ਆਪਾਂ ਤੇ ਸਪੀਕਰ 'ਚ ਬੋਲਦੇ ਹਾਂ, ਬਿਨਾਂ ਸਪੀਕਰ ਤੋਂ ਇੰਨੀ ਉੱਚੀ ਆਵਾਜ਼ ਵਿੱਚ ਬੋਲਦੇ ਸਨ। ਉਹਨਾਂ ਦੀ ਗਰਜ ਇੰਨੀ ਜ਼ਿਆਦੀ ਸੀ, ਜਿਹੜੇ ਲੋਕ ਵੇਖਣ ਆਏ ਸੀ ਕੰਬੀ ਹੋ ਜਾਂਦੇ ਸਨ, ਜਿਨ੍ਹਾਂ ਨੇ ਮਰਨਾ ਵੀ ਨਹੀਂ। ਕਹਿੰਦੇ ਉਹ ਬੋਲ ਰਹੇ ਸਨ ਕਿ ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰਾ ਬਾਰ। ਤੇ ਬਾਬਾ ਬੰਦਾ ਸਿੰਘ ਬੋਲ ਕੇ ਕਹਿ ਰਹੇ ਸਨ, ਲੋਕੋ ਸਾਨੂੰ ਇਹ ਨਾ ਕਹੋ ਅਸੀਂ ਮਰ ਚੱਲੇ ਆ। ਬਾਬਾ ਬੰਦਾ ਸਿੰਘ ਕਹਿ ਰਹੇ ਸੀ, ਮੌਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਮਰਨਾ ਮੰਦਾ ਲੋਕ ਆਖੀਐ। ਇਹ ਬਾਣੀ ਦੀਆਂ ਤੁਕਾਂ ਨੇ। ਮਰਨਾ ਮੰਦਾ ਲੋਕ ਆਖੀਏ, ਜੇ ਮਰ ਜਾਣੇ ਐਸਾ ਕੋਏ। ਵੀ ਇਹੋ ਜੀ ਮਰਨੀ ਜਿਹੜੀ ਮਰ ਜਾਵੇ ਕੋਈ, ਉਹਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਮਰਨ ਮੁਨਸਿਆ ਸੂਰਜ ਹੱਕ ਹੈ, ਜੇ ਹੋਏ ਮਰਨ ਪਰਵਾਣੋ। ਇਹ ਤੁਕਾਂ ਬਾਣੀ ਦੀਆਂ ਪੜ੍ਹ ਰਹੇ ਸਨ ਵੀ ਇਹ ਸੂਰਮਿਆਂ ਵਾਲਾ ਕੰਮ ਹੈ, ਬਹਾਦਰਾਂ ਵਾਲਾ ਕੰਮ ਹੈ, ਜੋ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੈ। ਉਹ ਵਿਦਵਾਨ ਲਿਖਦੇ ਐ, ਲੋਕ ਮੂੰਹ 'ਚ ਉਂਗਲਾਂ ਪਾਉਣ ਲੱਗ ਪਏ ਵੀ ਇੰਨੀ ਯੁਰਤ, ਇੰਨੀ ਤਾਕਤ, ਇੰਨਾ ਬਲ, 8 ਮਹੀਨੇ ਦਾ ਘੇਰਾ, ਖਾਣ ਨੂੰ ਕੁਝ ਨਹੀਂ, ਪੀਣ ਨੂੰ ਕੁਝ ਨਹੀਂ, ਸਰੀਰ ਨਿਢਾਲ ਹੋ ਗਏ ਨੇ, ਪਰ ਬਾਣੀ ਦੀਆਂ ਤੁਕਾਂ ਇੰਨੀਆਂ ਉੱਚੀ ਉੱਚੀ ਗਰਜ ਕੇ ਪੜ੍ਹ ਰਹੇ ਕਿ ਮੌਤ ਦੀ ਪਰਵਾਹ ਨਹੀਂ ਕਰ ਰਹੇ। ਉਹ ਕੁਦਰਤੀ ਇਹ ਸ਼ਲੋਕ ਚਲਵਾ ਕੇ ਨਾਲ ਕਿ ਚਿੰਤਾ ਤਾਗੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜੋ ਉਪਜੋ ਸੋ ਬਿਨਸੈ ਪਰਵਾਜ ਕੈ ਕਾਲ, ਨਾਨਕ ਘਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਮਾਰੇ ਕਹਿੰਦੇ ਜੋ ਕੁਝ ਉਪਜਿਆ ਬਿਨਸ ਜਾਣਾ ਹੈ। ਉਸ ਵੇਲੇ ਗੁਰੂ ਕੇ ਸਿੱਖ ਕਹਿੰਦੇ ਸੀ ਜਿਹੜੀ ਚੀਜ਼ ਇੱਥੇ ਪੈਦਾ ਹੋਈ ਸਭ ਨੇ ਨਾਸ਼ ਹੋ ਜਾਣਾ ਹੈ, ਪਰ ਨਾਸ਼ ਤਾਂ ਇੱਕ ਦਿਨ ਅਸੀਂ ਵੀ ਹੋ ਜਾਣਾ ਸੀ, ਪਰ ਅਸੀਂ ਉਹ ਨਾਸ਼ ਨਹੀਂ ਹੋਵਾਂਗੇ ਕਿ ਦੁਨੀਆ ਤੇ ਨਾਂ ਨਹੀਂ ਰਹੇਗਾ। ਸਤਿਗੁਰੂ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਸਰੀਰਕ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਕਿੱਥੇ ਸਾਡੇ ਕੋਲ? ਸਰੀਰਕ ਤੌਰ ਤੇ ਜਿਹੜੇ ਅਸੀਂ ਮੈਂ ਜ਼ਿਕਰ ਕੀਤਾ 2000 ਸਿਰ ਤੇ 700 ਗੱਡੇ ਦੇ ਉੱਤੇ ਤੇ ਇੰਨੇ ਸਿੱਖ ਕਿੱਥੇ ਨੇ? ਸਰੀਰਕ ਤੌਰ ਤੇ ਥੋੜਾ ਸਾਨੂੰ ਨਜ਼ਰ ਆਉਂਦੇ ਆ, ਪਰ ਅੱਜ ਇਉਂ ਬੈਠੇ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਵੀ ਸਾਡੇ ਵਿੱਚ ਬੈਠੇ ਆ, ਸਾਡੇ ਕੋਲ ਨੇ, ਸਾਡੇ ਵੱਡ ਵਡੇਰੇ। ਇਹਦਾ ਮਤਲਬ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਆਖਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੀ ਸ਼ਹਾਦਤ ਹੋਣ ਲੱਗੀ। ਹੁਣ ਸਾਧ ਸੰਗਤ ਜੀ, ਉਹਨਾਂ ਦੇ ਸਾਹਮਣੇ ਉਹਨਾਂ ਦਾ 4 ਸਾਲ ਦਾ ਬੇਟਾ ਬਾਬਾ ਅਜੇ ਸਿੰਘ, ਉਹਨਾਂ ਨੂੰ ਉਹਨਾਂ ਦੀ ਗੋਦ ਵਿੱਚ ਲਟਾ ਦਿੱਤਾ ਗਿਆ। ਹੁਣ ਦੇਖਿਓ ਉਸ ਬਹਾਦਰ ਦੀ ਸ਼ਹਾਦਤ, ਉਹਦਾ ਬੱਚਾ ਉਹਦੀ ਗੋਦ ਵਿੱਚ ਲਟਾਇਆ ਗਿਆ। ਕਹਿੰਦੇ ਨੇ ਕਿ ਉਸ ਬੱਚੇ ਨੂੰ ਉਹਨੂੰ ਕਿਹਾ ਵੀ ਇਸ ਦੇ ਕਾਲਜਾ ਚੀਰਨਾ ਇਸ ਦਾ। ਬਾਬਾ ਬੰਦਾ ਸਿੰਘ ਨੇ ਕਿਹਾ ਕਿ ਦੁਸ਼ਮਣ ਦਾ ਵੀ ਪੁੱਤ ਹੋਵੇ, ਅਸੀਂ ਉਹਦੇ ਤੇ ਵੀ ਛੁਰਾ ਨਹੀਂ ਚਲਾ ਸਕਦੇ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਉਹਦੇ 4 ਸਾਲ ਦੇ ਪੁੱਤਰ ਦਾ ਕਾਲਜਾ ਚੀਰ ਕੇ ਧੜਕਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ ਗਿਆ। ਫਿਰ ਉਹਦੇ ਤੇ ਜਿਹੜਾ ਇਉਂ ਕਹਿ ਲਓ ਫਤਵਾ ਲੱਗਿਆ, ਉਹ ਸੀ ਦੋਵੇਂ ਅੱਖਾਂ ਕੱਢਣੀਆਂ, ਹੱਥ ਵੱਢਣੇ, ਪੈਰ ਵੱਢਣੇ ਤੇ ਜਮੂਰਾਂ ਨਾਲ ਮਾਸ ਨਿਚੋੜਨਾ, ਨੋਚਣਾ ਜਮੂਰਾਂ ਨਾਲ। ਇਹ ਕੋਈ ਸੌਖੀ ਗੱਲ ਨਹੀਂ ਗੁਰਮੁਖੋ। ਜਿਸ ਬਾਬੇ ਦੀਆਂ ਦੋਨੋਂ ਅੱਖਾਂ ਕੱਢੀਆਂ ਗਈਆਂ, ਉਹਦੇ ਹੱਥ ਵੱਢ ਦਿੱਤੇ ਗਏ, ਉਹਦੇ ਪੈਰ ਵੱਢ ਦਿੱਤੇ ਗਏ, ਫਿਰ ਉਹਦੇ ਮਾਸ ਨੂੰ ਜਮੂਰ ਗਰਮ ਕਰਕੇ ਉਹਦੇ ਨਾਲ ਨੋਚਿਆ ਗਿਆ, ਮਾਸ ਨੂੰ ਨੋਚਿਆ ਗਿਆ। ਆਖਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ। ਇਹ ਜੂਨ ਦਾ ਮਹੀਨਾ ਹੈ। ਚਲੋ ਤਰੀਕਾ ਅੱਗੇ ਵਿਸ਼ੇ ਨੇ। ਵੈਸੇ 9 ਜੂਨ ਤੇ ਸਨ 1716 ਹੈ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਉਹ ਮਹਾਨ ਸੂਰਬੀਰ ਯੋਧਾ ਜਿਨ੍ਹਾਂ ਆਪਣੀ ਸ਼ਹਾਦਤ ਦਾ ਸਾਧ ਸੰਗਤ ਜੀ ਦੁਨੀਆ ਦੇ ਇਉਂ ਕਹਿ ਲਓ ਕਿ ਬੜੀ ਵਿਲੱਖਣ ਹੈ। ਇਸ ਤੋਂ ਬਾਅਦ ਫਿਰ ਸਿੱਖਾਂ ਦੇ ਅੰਦਰ ਇੱਕ ਇਹੋ ਜਿਹੀ ਚੰਗਿਆੜੀ, ਇਉਂ ਕਹਿ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਹੋ ਜਿਹੇ ਭਾਂਬੜ ਮੱਚਦੇ ਨੇ। ਕੌਮ ਫਿਰ ਇੱਕ ਵਾਰ ਫਿਰ ਜਿਹੜੀ ਆ ਉਹ ਸਾਧ ਸੰਗਤ ਜੀ ਆਪਣੇ ਪੈਰਾਂ ਸਿਰ ਹੁੰਦੀ। ਇਸ ਤੋਂ ਬਾਅਦ ਫਿਰ ਇੱਕ ਦੌਰ ਇਉਂ ਕਹਿ ਲਓ 1 ਸਾਲ ਦਾ ਸਮਾਂ ਚੱਲਦਾ, ਜਿਹਨੂੰ ਅਸੀਂ ਕਹਿੰਦੇ ਹਾਂ 18ਵੀਂ ਸਦੀ। ਉਹ ਇੱਕ 100 ਸਾਲ ਦਾ ਸਮਾਂ ਚੱਲਦਾ ਹੈ, ਜਿਹਦਾ ਅਸੀਂ ਅਰਦਾਸ ਵਿੱਚ ਜ਼ਿਕਰ ਕਰਦੇ ਹਾਂ। ਉਹ 2 ਪਹਿਰੇ ਨੇ। ਜਿਹੜਾ ਪਹਿਰਾ ਇਹ ਹੁੰਦਾ ਨਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਇਹ 18ਵੀਂ ਸਦੀ ਦਾ ਪਹਿਰਾ ਹੈ। ਉਸ ਵੇਲੇ ਜੋ ਕੁਝ ਹੋਇਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਅਸੀਂ ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਜਿਹੜੇ ਅਨੇਕਾਂ ਸਿੰਘ ਸ਼ਹੀਦ ਹੋਏ। ਇਹ ਕਹਿ ਲਓ 1708
ਤੇ 1716 8 ਸਾਲ ਦਾ ਸਮਾਂ ਉਸ ਬਹਾਦਰ ਨੂੰ ਮਿਲਿਆ। 8 ਸਾਲਾਂ ਵਿੱਚ ਰਾਜ ਕਾਇਮ ਕੀਤਾ, ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਅੱਜ ਬਦਕਿਸਮਤੀ ਹੈ ਕਿ ਕੌਮ ਜਿਹੜੀ ਹੈ ਉਹਨੂੰ ਇਹ ਦਿਨ ਹੀ ਆਪਣੇ ਯਾਦ ਨਹੀਂ ਹਨ। ਮਨਾ ਨਹੀਂ ਰਹੇ। ਹਰੇਕ ਗੁਰਦੁਆਰੇ ਵਿੱਚ ਇਹਨਾਂ ਸੂਰਬੀਰ ਯੋਧਿਆਂ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਬਦੌਲਤ ਸਾਧ ਸੰਗਤ ਜੀ ਅਸੀਂ ਸਿਰ ਉੱਚਾ ਕਰਕੇ ਮਾਣ ਨਾਲ ਜਿਉਂਦੇ ਆ। ਉਹਨਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ, ਅਸੀਂ ਸਤਿਗੁਰਾਂ ਦੇ ਚਰਨ ਪਰਸੇ ਹਨ। ਆਪ ਜੀਆਂ ਨੇ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਵਿਚਾਰਾ ਇਤਿਹਾਸ ਸਰਵਣ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੰਗਤਾਂ ਨੂੰ ਅਸੀਂ ਬੜੇ ਪਿਆਰ ਨਾਲ ਬੈਠ ਕੇ ਸਾਰੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰੀਆਂ। ਸਾਰੀ ਸੰਗਤ ਨੂੰ ਮੈਂ ਜੀਓ ਆਖਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅੱਜ ਦਾ ਜਿਹੜਾ ਸਮਾਗਮ ਹੈ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਟਰਸਟੀ ਸਰਦਾਰ ਅਜੀਤਪਾਲ ਸਿੰਘ ਜੀ ਕਾਹਲੋ, ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਭੈਣ ਜੀ ਰਜਿੰਦਰ ਕੌਰ ਸਮਰਾ, ਉਹਨਾਂ ਦੇ ਪਰਿਵਾਰ ਵੱਲੋਂ ਇਹ ਅੱਜ ਦਾ ਸਮਾਗਮ ਹੈ। ਭਾਵੇਂ ਪਰਿਵਾਰ ਦਾ ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਉਹਨਾਂ ਦੀ ਤੰਦਰੁਸਤੀ ਦੇ ਸੰਬੰਧੀ ਹੈ, ਪਰ ਮੈਂ ਕਹਿੰਦਾ ਇਸ ਦਿਨ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਲ ਏਡਾ ਵੱਡਾ ਇਤਿਹਾਸਕ ਦਿਨ ਜੁੜ ਗਿਆ। ਇਹ ਵੀ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੋਈ। ਪਰਿਵਾਰ ਵੱਲੋਂ ਹੀ ਚਲੋ ਇਹ ਕਹਿ ਲਓ ਕਿ ਇਹ ਦਿਨ ਵੀ ਮਨਾਇਆ ਗਿਆ। ਸਤਿਗੁਰੂ ਕਿਰਪਾ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਿਰ ਤੇ ਮਿਹਰ ਭਰੇ ਹੱਥ ਰੱਖਣ। ਤੁਹਾਡਾ ਹਾਰਦਿਕ ਤੌਰ ਤੇ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਤਿਕਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।